ਹੈਲੋ, ਸਲਾਮ, ਨਮਸਤੇ, ਸਤਿ ਸ਼੍ਰੀ ਅਕਾਲ। ਮੈਂ ਹਾਂ ਤੁਹਾਡੀ ਹੋਸਟ ਤੇ ਦੋਸਤ ਮੋਨੀ ਗਿੱਲ। ਸਤਿ ਸ਼੍ਰੀ ਅਕਾਲ, ਨਮਸਕਾਰ, ਅਸਲਾਮ ਵਾਲੇਕੁਮ। ਮੈਂ ਹਾਂ ਕੁਲਦੀਪ ਗਿੱਲ ਤੇ ਤੁਸੀਂ ਦੇਖ ਰਹੇ ਹੋ ਜਸਟ ਚਿਲ ਵਿਦ ਮਿਸਟਰ ਐਂਡ ਮਿਸਿਸ ਗਿੱਲ। ਲੋ ਜੀ, ਮਿਸਟਰ ਔਰ ਮਿਸਿਸ ਗਿੱਲ ਚਿਲ ਕਰ ਰਹੇ ਨੇ ਚਿੱਲੀ ਚਿੱਲੀ ਵੈਦਰ 'ਚ ਅਗੈਨ USA ਵਾਸ਼ਿੰਗਟਨ ਡੀਸੀ 'ਚ ਸਨੋ ਕਾਫੀ ਪਈ ਹੈ ਔਰ ਅੱਜ ਇੰਪੈਰੈਂਟਲੀ ਕਹਿ ਲਓ ਵਾਰਨਿੰਗ ਵੈਦਰ ਵਾਰਨਿੰਗ ਹੈ ਕਿ ਅੱਜ ਬਹੁਤ ਜ਼ਿਆਦਾ ਸਲੀਟ ਔਰ ਸਨੋ ਪੈਣੀ ਹੈ। ਸੋ ਗਾਇਸ ਬੀ ਸੇਫ ਇਫ ਯੂ ਆਰ ਲੋਕਲ। ਔਰ ਅੱਜ ਦੇ ਚਿੱਲੀ ਚਿੱਲੀ ਵੈਦਰ 'ਚ ਅਸੀਂ ਤੁਹਾਨੂੰ ਵਾਰਮ ਕਰਨ ਦਾ ਇੰਤਜ਼ਾਮ ਕੀਤਾ ਹੈ, ਮਤਲਬ ਦਿਮਾਗ ਦੇ ਨਾਲ ਤੁਹਾਨੂੰ ਤੰਦਰੁਸਤ ਰੱਖਣ ਦਾ ਇਲਾਜ ਰੱਖਿਆ। ਔਰ ਉਹ ਇਲਾਜ ਕੀ ਹੈ ਕੁਲਦੀਪ ਗਿੱਲ? ਬਹੁਤ ਹੀ ਖੂਬਸੂਰਤ ਸਾਜ਼ ਹੈਗਾ ਬਾਂਸੁਰੀ, ਫਲੂਟ। ਇੰਨਾ ਕੁ ਖੂਬਸੂਰਤ ਸਾਜ਼ ਹੈਗਾ। ਸਭ ਤੋਂ ਅੱਛੀ ਗੱਲ ਹੈ ਕਿ ਬੜਾ ਹੈਂਡੀ ਹੈਗਾ ਯੈਸ। ਕਿ ਇੱਕ ਛੋਟੀ ਜਿਹੀ ਫਲੂਟ ਹੈ। ਜ਼ਿਆਦਾ ਇਸ ਬਾਰੇ ਕੀ ਦਸੀਏ ਕਿ ਇੱਕ ਐਸਾ ਸਾਜ਼ ਹੈ ਕਿ ਇੱਕ ਛੋਟੇ ਜਿਹੇ ਸਾਜ਼ ਨੇ ਸਾਰਾ ਸੰਸਾਰ ਨਚਾਤਾ ਸੀਗਾ ਜਦੋਂ ਇਹ ਫਲੂਟ ਕ੍ਰਿਸ਼ਨ ਮਹਾਰਾਜ ਦੇ ਹੱਥ 'ਚ ਆਈ ਅਰੇ ਸੀਗੀ। ਵਾਹ ਵਾਹ। ਕ੍ਰਿਸ਼ਨਾ ਦੇ ਲਾਰਡ ਕ੍ਰਿਸ਼ਨਾ ਦੇ ਨਾਲ ਇਹ ਇੰਨਾ ਕੁ ਫੇਮਸ ਹੋਇਆ ਕਿ ਉਸ ਤੋਂ ਬਾਅਦ ਇਸ ਸਾਜ਼ ਦੀ ਆਵਾਜ਼ ਇੱਦਾਂ ਹੀ ਲੱਗਦੀ ਹੈ ਕਿ ਜਿਵੇਂ ਵਾਕਈ ਲਾਰਡ ਕ੍ਰਿਸ਼ਨਾ ਸਾਹਮਣੇ ਪ੍ਰਗਟ ਹੋ ਗਏ ਨੇ। ਸੋ ਅੱਜ ਦੇ ਜਿਹੜੇ ਸਾਡੇ ਫਨਕਾਰ ਅੱਜ ਸਾਨੂੰ ਜੁਆਇਨ ਕਰ ਰਹੇ ਨੇ, ਮੁਹੰਮਦ ਹਾਮਿਦ, ਹਨਿਫ ਉਸਤਾਦ ਮੁਹੰਮਦ ਹਾਮਿਦ ਜੀ, ਹਾਨਿਫ 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 ਜੀ, ਸੌਰੀ ਕਰੈਕਸ਼ਨ, ਮੁਹੰਮਦ ਹਾਨਿਫ ਜੀ। ਉਹਨਾਂ ਨਾਲ ਅਸੀਂ ਅੱਜ ਰੂਬਰੂ ਹੋਵਾਂਗੇ ਔਰ ਕੋਸ਼ਿਸ਼ ਕਰਾਂਗੇ ਕਿ ਉਰਦੂ ਪੰਜਾਬੀ ਮਿਕਸ ਕਰ ਸਕੇ, ਕਿਉਂਕਿ ਮੈਨੂੰ ਲੱਗਦਾ ਕਿ ਹਾਨਿਫ ਜੀ ਉਰਦੂ ਸਪੀਕਿੰਗ ਨੇ, ਪੰਜਾਬੀ ਸਪੀਕਿੰਗ ਨੇ, ਕੀ ਨੇ, ਲੇਕਿਨ ਤਬਲੇ 'ਤੇ ਉਹਨਾਂ ਨਾਲ ਸਾਥ ਦੇਣ ਆ ਰਹੇ ਨੇ ਮਿਸਟਰ ਆਕਾਸ਼ ਗਿੱਲ। ਮਿਸਟਰ ਔਰ ਮਿਸਿਸ ਗਿੱਲ ਦੇ ਨਾਲ ਇੱਕ ਹੋਰ ਅੱਜ ਗਿੱਲ ਜੁੜ ਗਏ ਨੇ। ਸੋ ਅੱਜ ਦੋਨਾਂ ਨੂੰ ਲੋ ਜੀ ਸਵਾਗਤ ਕਰਦੇ ਹਾਂ, कैमरा पे पाने और वेलकम कर दें माई टीवी पे। बहुत बहुत स्वागत है ਸਤਿ सर ਸ਼੍ਰੀ ਅਕਾਲ आपका, ਜੀ। उस्ताद हामिद जी, हानिफ जी। हानिफ जी एंड आकाश गिल। आवाज़ आ रही है मेरी? जी बहुत शुक्रिया मोहन गिल जी और प्रदीप जी। बहुत बड़ा अच्छा लगा ਤੁਸੀਂ ਫਾਂਸੀ ਦਾ ਜਿਸ ਤਰੀਕੇ ਨਾਲ ਤਾਰਕ ਕਰਾਇਆ ਬਹੁਤ ਸੋਹਣੀ ਔਰ ਲਾਰਡ ਕ੍ਰਿਸ਼ਨਾ ਨਾਲ ਬੇਸ਼ੱਕ ਬਿਲਕੁਲ ਤੁਸੀਂ ਜਿਵੇਂ ਸੋਹਣੇ ਤਰੀਕੇ ਨਾਲ ਦੱਸਿਆ ਔਰ ਮੇਰਾ ਖਿਆਲ ਹੈ ਕਿ ਬਾਂਸਰੀ ਦੀ ਇੱਜ਼ਤ ਔਰ ਬਾਂਸਰੀ ਦਾ ਇੱਕ ਅਹਿਮੀਅਤ ਉਹਦਾ ਇਸ ਗੱਲ ਨੂੰ ਬਹੁਤ ਕਿ ਜਿਹੜੀਆਂ ਵੀ ਚੀਜ਼ਾਂ ਰੂਹਾਨੀ ਹਸਤੀਆਂ ਦੇ ਨਾਲ ਰੂਹਾਨੀ ਲੋਕਾਂ ਦੇ ਨਾਲ ਜੁੜੀਆਂ ਨੇ ਉਹ ਅਜ਼ਲ ਤੋਂ ਅਬਦ ਤੱਕ ਹੀ ਰਹਿਣੀਆਂ। ਤਾਂ ਮੈਨੂੰ ਉਹਨਾਂ ਦੀ ਬਾਂਸਰੀ ਦੀ जी बिल्कुल, बहुत शुक्रिया। बिल्कुल सही। और एक ऐसा इंस्ट्रूमेंट है, सब तो लाइट वेट इंस्ट्रूमेंट है, लेकिन ये दिल ਦੇ ਵਿੱਚ ਐਸਾ ਘਰ ਕਰਦਾ ਹੈ, ਦਿਮਾਗ ਦੇ ਵਿੱਚ ਐਸਾ ਘਰ ਕਰਦਾ ਹੈ ਕਿ ਬਾਕੀ ਇੰਸਟਰੂਮੈਂਟਸ ਤੋਂ ਵੀ ਹੈਵੀ ਹੈ ਵੇਟ ਵਾਈਜ਼, ਮਤਲਬ। ਲੇਕਿਨ ਉਹਦਾ ਹੱਥ ਦੇ ਵਿੱਚ ਇੰਨਾ ਕੁ ਛੋਟਾ ਜਿਹਾ ਔਰ ਇੰਨਾ ਲਾਈਟ ਵੇਟ ਇੰਸਟਰੂਮੈਂਟ ਹੈ, ਲੇਕਿਨ ਵੈਰੀ ਸਟਰੋਂਗ ਔਰ ਬਹੁਤ ਖੂਬਸੂਰਤ ਵੌਇਸ ਇਸ ਇੰਸਟਰੂਮੈਂਟ ਦੀ। ਤਾਂ ਸਰ ਸਾਡੇ ਵੀ ਗੁੱਡ ਲੱਕ ਹੈ ਸਾਡੇ ਵੱਲੋਂ ਵੀ ਮਾਈ ਟੀਵੀ ਦਾ ਕਿ ਇਸ ਤਰ੍ਹਾਂ ਦੇ ਆਰਟਿਸਟ, ਇਸ ਤਰ੍ਹਾਂ ਦੇ ਫਨਕਾਰ ਆ ਰਹੇ ਨੇ ਔਰ ਇਸ ਤਰ੍ਹਾਂ ਦਾ ਡਿਫਰੈਂਟ ਕਿਸਮ ਦਾ ਟੈਲੈਂਟ ਆ ਰਿਹਾ ਹੈ, ਜਿਹੜਾ ਕਿ ਅਸੀਂ ਇਮੈਜਿਨ ਵੀ ਨਹੀਂ ਕਦੀ ਕੀਤਾ ਸੀ। ਸੋ ਥੈਂਕ ਯੂ ਸੋ ਮਚ ਫॉर ਜੁਆਇਨਿੰਗ ਅਸ ਔਨ ਮਾਈ ਟੀਵੀ। बहुत शुक्रिया जी। ਇਹ ਬਾਂਸਰੀ ਦੇ ਬਾਰੇ ਇਹ ਗੱਲ ਹੈ ਜੀ ਕਿ पंडित हरिप्रसाद जी ने ये फरमाया ਸੀ कि हर इंस्ट्रूमेंट को ट्यून किया जाता है। हारमोनियम ਨੂੰ ਵੀ ट्यून ਕੀਤਾ ਜਾਂਦਾ ਹੈ, सितार ਨੂੰ ਵੀ ट्यून ਕੀਤਾ ਜਾਂਦਾ ਹੈ, सरोद रबाब ਜਿਵੇਂ ਬਾਂਸਰੀ ਇੱਕ ਐਸਾ इंस्ट्रूमेंट ਕਿ ਜਿੱਤੇ ਦੀ ਤੁਹਾਨੂੰ ਖੁਦ ट्यून ਆਪਣੇ ਸਾਹਾਂ ਨੂੰ ਟਿਊਨ ਕਰਨਾ ਪੈਂਦਾ ਕਿ ਕਿੰਨੀ ਕੁ ਮੈਂ ਸਾਹ ट्यून ਛੱਡਣਾ। करना बिल्कुल। एक तो ये भी बात है और दूसरा है कि ਤੁਹਾਨੂੰ ਆਪਣੀਆਂ ਸੋਚਾਂ ਨੂੰ ਵੀ ट्यून करना ਆਹ है। ਹਾਂ ਵਾਹ ਤੁਹਾਨੂੰ ਆਪਣੇ ਇਰਾਦੇ, ਤੁਹਾਡੇ ਰਿਲੇਸ਼ਨਸ ਦੇ ਵੈਲਿਊਜ਼ ਔਰ ਇਹ ਸਾਰੀਆਂ ਚੀਜ਼ਾਂ ਨੂੰ ਵੀ ट्यून ਕਰਨਾ ਹੈ, ਕਰੈਕਟਰ ਨੂੰ ट्यून ਕਰਨਾ ਹੈ। ਇਹ ਕੌਨਸੈਪਟ ਵਾਕਈ ਹਨੀਫ ਜੀ ਬਹੁਤ ਵੱਡੀ ਗੱਲ ਕੀਤੀ। ਮੈਂ ਕਦੀ ਇਹ ਸੋਚਿਆ ਨਹੀਂ ਸੀ ਕਿ ਵਾਕਈ ਹੀ ਇਹ ਸਾਜ਼ ਦਾ ਕੋਈ ਸੁਰ ਹੀ ਨਹੀਂ ਹੈਗਾ। ਜਦ ਤੱਕ ਇਨਸਾਨ ਆਪ ਸੁਰੀਲਾ ਨਹੀਂ ਹੋਏਗਾ, ਉਹਦੀ ਸੋਚ ਸੁਰੀਲੀ ਨਹੀਂ ਹੋਏਗੀ, ਇਹ ਸੁਰ ਬਾਹਰ ਆਏਗਾ ਹੀ ਨਹੀਂ। ਬਿਲਕੁਲ। ਔਰ ਹੈ। ਵਾਹ, ਬਿਲਕੁਲ ਬਹੁਤ ਵੱਡੀ ਗੱਲ ਕੀਤੀ ਸਰ। ਦੇਖੋ ਅੱਜ ਵੀ ਮੈਂ ਕੁਝ ਸਿੱਖ ਰਿਹਾ, ਅੱਜ ਵੀ ਮੈਂ ਕੁਝ ਸਿੱਖ ਰਿਹਾ। ਐਵਰੀ ਡੇ ਇਜ਼ ਲਰਨਿੰਗ। ਬਿਲਕੁਲ। ਤੇ ਇਹ ਦੱਸੋ ਕਿ ਇਹ ਬਾਂਸੁਰੀ ਦੀ ਜਰਨੀ ਤੁਹਾਡੀ ਸ਼ੁਰੂ ਕਿਵੇਂ ਹੋਈ ਸੀ, ਕਦੋਂ ਸ਼ੁਰੂ ਹੋਈ ਸੀ? ਇਹ ਜੀ ਮੈਂ 90 ਦੇ ਵਿੱਚ ਸ਼ੁਰੂ ਕੀਤੀ ਸੀ, 1991 ਦੇ ਵਿੱਚ।
ਤੇ ਘਰ ਤੋਂ ਚੋਰੀ, ਕਿਉਂਕਿ ਤੁਹਾਨੂੰ ਪਤਾ ਹੈ ਨਾ ਕਿ ਪਾਕਿਸਤਾਨ ਚ ਫਿਰ ਅਸੀਂ ਦੇ ਨਵੀਂ ਚੋਰੀ ਲੈ ਗਏ ਨਾ, ਤੇ ਇੱਥੇ ਫਿਰ ਥੋੜਾ ਘਰਦਿਆਂ ਤੋਂ ਚੋਰੀ ਸ਼ੁਰੂ ਕੀਤੀ ਬਸ। ਤੇ ਮੇਰੇ ਉਸਤਾਦ ਸਨ ਕ੍ਰਿਸਚਨ ਉਸਤਾਦ ਸਨ, ਇਹ ਦਰਬੀ ਨੀਲਾ ਬਣਾਉਣਾ ਸੀ। ਉਹਨਾਂ ਨੇ ਮੈਨੂੰ ਇਹ ਕਿਹਾ ਸੀ ਕਿ ਤੂੰ ਬਹੁਤ ਸਾਰੀਆਂ ਚੀਜ਼ਾਂ ਟਰਾਈ ਕਰ, ਤਬਲਾ ਵੀ ਸਿੱਖ, ਗਾਣਾ ਵੀ ਸਿੱਖ, ਬਾਂਸੁਰੀ ਵੀ ਸਿੱਖ। ਤੇ ਫਿਰ ਇਹਨਾਂ ਚੀਜ਼ਾਂ ਚੋਂ ਕੋਈ ਚੀਜ਼ ਤੈਨੂੰ ਟਰਾਈ ਕਰੇ। ਵਾਹ ਲਿਟਰਲੀ ਇਹ ਗੱਲ ਸੁਣੀ ਲਈ ਸੀ, ਪਰ ਇਹ ਗੱਲ ਮੇਰੇ ਜ਼ਿਹਨ ਚ ਬੈਠ ਗਈ ਕਿ ਤੂੰ ਜਦੋਂ ਬਹੁਤ ਸਾਰੀਆਂ ਚੀਜ਼ਾਂ ਨੂੰ ਐਕਸਪੀਰੀਅੰਸ ਕਰੇਂਗਾ ਤੇ ਫਿਰ ਉਹਨਾਂ ਸਾਰੀਆਂ ਚੋਂ ਇੱਕ ਚੀਜ਼ ਤੈਨੂੰ ਜਾਂ ਦੋ ਚੀਜ਼ਾਂ ਤੈਨੂੰ ਐਕਸਪੀਰੀਅੰਸ ਕਰੇਂਗੀ, ਵਾਹ ਫਿਰ ਉਹ ਤੇਰੀ। ਤੇ ਉਹ ਮੈਨੂੰ ਇਹ ਲੱਗਾ ਕਿ ਮੈਨੂੰ ਫਾਈਨਲੀ ਮੈਂ ਬਾਂਸੁਰੀ ਨੂੰ ਨਹੀਂ ਚੁਣਿਆ, ਬਾਂਸੁਰੀ ਨੇ ਮੈਨੂੰ ਚੁਣਿਆ। क्या बात है तो सर। शायद और ਜਿਹੜੀ ਸਾਡੀ ਆਡੀਅנס ਹੈ ਪਲੀਜ਼ ਦੱਸੋ, ਆਵਾज़ आ रही है। विभा हमारे साथ जुड़ गई हैं, फैरिज फरी जी हमारे साथ जुड़ गए हैं। हेलो हेलो जी सिस्टर जी, ब्रदर जी, आफ्टर लॉन्ग टाइम, ओह यस आफ्टर लॉन्ग टाइम। और विभा जी लिख रही हैं हेलो मोनी जी। और कुलदीप बताएं हमारी ऑडियंस आपको हमारी साउंड सही आ रही है? थैंक यू जी। ਤੇ ਅੱਜ ਤੁਸੀਂ ਆਪਣਾ ਤੇ ਦੱਸਿਆ, ਤੇ ਤੁਹਾਡੇ ਨਾਲ ਇਹ ਜਿਹੜਾ ਆਕਾਸ਼ ਗਿੱਲ ਸਾਹਿਬ ਨੇ, ਇਹ ਤੁਹਾਨੂੰ ਕਿਵੇਂ, ਕਿੱਥੋਂ ਮਿਲੇ, ਕਿਵੇਂ ਜੁੜੇ? ये जी बस आवाज है स्कूल और इन्होंने हत्थां च आवाज़ नहीं सी। ਵਾਹ क्या ਉਹ बात। ਮੈਂ ਬਹੁਤ ਦਫਾ ਇਹਨਾਂ ਨੂੰ ਸੁਣਿਆ ਬਹੁਤ ਜਗ੍ਹਾ ਤੇ ਮੈਨੂੰ ਇਹ ਚੀਜ਼ ਲੱਗਾ ਕਿ ਜਿਸ ਤਰ੍ਹਾਂ ਇਹ ਉਹ ਬੰਦੇ ਨੇ ਕਿ ਜਿਹੜੇ ਜਿਨ੍ਹਾਂ ਨੂੰ ਤਬਲੇ ਵਿੱਚ ਹੁੰਦੇ ਆ, ਮਤਲਬ ਮੈਨੂੰ ਆਪਣਾ ਹੀ ਲੱਗਾ ਕਿ ਇਸ ਬੰਦੇ ਨੂੰ ਵੀ ਤਬਲੇ ਵਿੱਚ ਹੁੰਦੇ ਆ। ਔਰ ਬੱਚਾ ਆਪਣਾ ਬਹੁਤ ਤਬਲੇ ਵੈਸੇ ਖਾਤੇ ਦਾ ਬਹੁਤ ਲੰਬਾ ਹੋ ਗਿਆ, ਲੇਕਿਨ ਇਹ ਯਾਨੀ ਬੱਚਾ ਹੈ। ਤੇ ਫਿਰ ਮੈਨੂੰ ਇਹ ਲੱਗਾ ਕਿ ਇਹਨੂੰ ਮੈਂ ਮੇਰੇ ਨਾਲ ਹੋਣਾ ਚਾਹੀਦਾ। वाह ਵਾਹ सो मैं पिछले 15-16 साल से स्कूल है प्राइवेट, जी। उसमें म्यूजिक टीचर, और फिर ना मैं अपने नाल जोड़िया ते ये मेरे नाल तबले ते असर करते ਠੀਕ क्या ਹੈ। बात है। ਫੈਰਿਸ ਫਰੀ ਲਿਖ ਰਹੇ ਨੇ, ਸੌਰੀ हैं। ਭਾਜੀ ਦੀ ਆਵਾਜ਼ ਕਲੀਅਰ ਨਹੀਂ। जी सर, किसी ने लिख के फैरिस जी लिखते ने हमारी आवाज़ क्लीयर है लेकिन आपकी आवाज़ क्लीयर नहीं आ रही। एको एको थोड़ा जिहा घट हो सकता ਜਦੋਂ ਆਪਾਂ ਗੱਲਬਾਤ ਕਰ ਰਹੇ ਹਾਂ ਜਦੋਂ। जी एको बिल्कुल जीरो ਜ਼ੀਰੋ जीरो बल्कि थोड़ा सा। हेलो हाँ जी जी हाँ जी। ਤੇ ਜਦੋਂ ਤੁਸੀਂ ਫਰਸਟ ਪਰਫਾਰਮੈਂਸ ਆਪਣੀ ਦੱਸੋ ਕਿ ਤੁਹਾਡੀ ਫਰਸਟ ਪਰਫਾਰਮੈਂਸ ਕੈਸੀ ਰਹੀ ਔਰ कैसा फीडबैक ਆਲੇ ਦੁਆਲੋਂ ਆਇਆ ਤੁਹਾਨੂੰ? पहली परफॉर्मेंस तो बहुत ही बुरी सी थी, ऐसी बुरी के कॉलेज में फैसला था कि मैं बांसुरी नहीं बजाऊंगा। ਓ मैं ये फैसला, लेकिन मेरे एक और गुरु सन पंडित चंदन दास, ਹਾਂਜੀ वो लाहौर ਦੇ ਹੀ ਅੱਛੀ ਸਨ, ਔਰ ਉਹਨਾਂ ਨੇ ਮੈਨੂੰ ਇੱਕ ਗੱਲ ਸਮਝਾਈ, ਬੜੇ ਪੰਜਾਬੀ ਸਪੀਕਿੰਗ ਸਨ। ਕਹਿੰਦੇ ਕਿ ਪੁੱਤਰ ਅਗਰ ਸਟੇਜ ਤੇ 4-5 ਵਾਰੀ ਤੂੰ ਜ਼ਲੀਲ ਨਹੀਂ ਨਾ ਹੋਇਆ ਆਹ ਕੀ ਬਾਤ ਹੈ। ਸੋ ਮੈਂ ਉਸ ਪਹਿਲੇ ਐਕਸਪੀਰੀਅੰਸ ਨੂੰ ਉਹ 5 ਖਾਤਿਆਂ ਤੋਂ ਪਾ ਲਿਆ, ਤੇ ਫਿਰ ਮੈਂ 4-5 ਵਾਰੀ ਤਾਂ ਨਹੀਂ ਕਰਦਾ, 10 ਵਾਰੀ ਹੋਇਆ ਸੀ ਤੇ ਲੇਕਿਨ ਫਾਈਨਲੀ ਲੋਕਾਂ ਨੇ ਕਬੂਲ ਕਰ ਹੀ ਲਿਆ। ਚਲੋ ਬਿਲਕੁਲ ਸਰ, ਫੇਲੀਅਰ ਇਜ਼ ਦਾ ਕੀ ਟੂ ਸਕਸੈਸ। ਇਹ ਜਿਹੜੇ ਬੰਦੇ ਕੋਸ਼ਿਸ਼ ਕਰਦੇ ਨੇ, ਟਰਾਈ ਕਰਦੇ ਨੇ, ਉਹੀ ਸਕਸੈਸਫੁਲ ਹੁੰਦੇ ਨੇ। ਜਿਹੜੇ ਬਸ ਰਜਾਈ ਲੈ ਕੇ ਪਏ ਰਹਿਣ ਤਾਂ ਉਹਨਾਂ ਨੇ ਬਾਹਰ ਕੀ ਨਿਕਲਣਾ ਔਰ ਉਹਨਾਂ ਨੇ ਕੀ ਜੰਗ ਲੜਨੀ। ਮੈਂ ਹਨੀਫ ਜੀ ਤੁਹਾਡੀ ਇਸ ਗੱਲ 'ਤੇ ਮੈਂ ਬਿਲਕੁਲ ਸਹਿਮਤ ਹਾਂ ਕਿ ਜਦੋਂ ਵੀ ਜ਼ਿੰਦਗੀ 'ਚ, ਸਾਡੀ ਵੀ ਜ਼ਿੰਦਗੀ 'ਚ ਕਦੀ ਵੀ ਉਤਾਰ ਚੜਾਵ ਆਉਂਦਾ ਹੈ। ਕਈ ਵਾਰੀ ਸਕਸੈਸ ਹੋਈਦਾ, ਕਈ ਵਾਰੀ ਨਹੀਂ ਹੋਈਦਾ, ਨੋ। ਸੋ ਮੇਰਾ ਇੱਕ ਬਹੁਤ ਫੇਵਰੇਟ ਐਕਟਰ ਹੈ ਸ਼ਾਹਰੁਖ ਖਾਨ, ਇੰਡੀਆ ਦਾ ਬਹੁਤ ਵੱਡਾ ਐਕਟਰ ਹੈ। ਸੋ ਉਹ ਹਮੇਸ਼ਾ ਜਦੋਂ ਮੇਰੇ ਨਾਲ ਕੁਝ ਐਸਾ ਡਾਊਨਫਾਲ ਹੁੰਦਾ, ਮੈਂ ਹਮੇਸ਼ਾ ਉਹ ਇੱਕ ਸ਼ੇਰ ਕਹਿੰਦਾ ਹੁੰਦਾ ਹੈ ਕਿ ਗਿਰਤੇ ਹੈ ਸ਼ਹਿ ਸਵਾਰ ਹੀ ਮੈਦਾਨੇ ਜੰਗ ਮੇਂ, ਉਹ ਤਿਫਲ ਕਿਆ ਗਿਰੇ ਜੋ ਘੁਟਨੋਂ ਕੇ ਬਲ ਚਲੇ। ਸੋ ਉਹ ਉਹੀ ਕਰ ਸਕਦਾ ਹੈ। ਡਿੱਗੋ ਫਿਰ ਖੜੇ ਹੋ, ਡਿੱਗੋ ਫਿਰ ਖੜੇ ਹੋ, ਇਹੀ ਜ਼ਿੰਦਗੀ ਹੈ, ਇਹੀ ਆਪਾਂ ਕਰਨਾ ਹੈਗਾ। ਬਿਲਕੁਲ। ਤੇ ਔਰ ਕਿਉਂ ਨਾ ਆਪਾਂ ਜ਼ਿੰਦਗੀ ਦੀ ਸ਼ੁਰੂਆਤ ਹੁਣ ਡਿੱਗੇ ਨਾ ਤੇ ਸੁਰਾਂ ਨਾਲ ਸ਼ੁਰੂ ਤੁਸੀਂ ਕਰੀਏ। ਹੁਣ ਆਪਣਾ ਅਗਰ ਥੋੜਾ ਜਿਹਾ ਐਕੋ ਕਰਨਾ ਹੈ ਤਾਂ ਕਰ ਸਕਦੇ ਹੋ, ਕਿਉਂਕਿ ਫਲੂਟ ਅਸੀਂ ਹੁਣ ਚਾਹਾਂਗੇ ਕਿ ਅੱਜ ਦੀ ਪ੍ਰੋਗਰਾਮ ਦੀ ਆਗਾਜ਼ ਕੀਤਾ ਜਾਵੇ ਔਰ ਜਿਹੜੇ ਮਧੁਰ ਸੁਰ ਨੇ ਉਹ ਸਾਡੇ ਕੰਨਾਂ ਨੂੰ ਵੀ ਮਧੁਰ ਕਰਨ। ਜੀ ਸਰ, ਮੈਂ ਰਾਗ ਜੋਗ
मैं शुरू करा मेरे जी मैं मेरे उस्ताद ने उस्ताद हफीज खान तालवंडी वाला तो तालवंडी ਜਿਹੜਾ ਪਤਾ ਕਰਾਣਾ ਸੀ ਹਾਂਜੀ ਉਹ ਉਹਨਾਂ ਦੇ ਆਖਰੀ ਲੋਕਾਂ ਤੋਂ ਇੱਕ ਸਨ ਉਹ ਵੀ ਮੇਰੇ ਉਸਤਾਦ ਨੇ ਤੇ ਬਾਂਸਰੀ ਚ ਮੈਂ ਕੋਸ਼ਿਸ਼ ਮੇਰੀ ਹੁੰਦੀ ਕਿ ਆਲਾਪ ਦਾ ठीक है ਜਿਹੜਾ ਹਿੱਸਾ ਹੈ ਉਹ ਕੁਝ ਜ਼ਿਆਦਾ ਹੋਵੇ ठीक है सर ਔਰ ਕਿਉਂਕਿ ਬਜ਼ੁਰਗਾਂ ਨੇ ਵੀ ਕਿਹਾ ਕਿ ਪੈਗੰਬਰ ਤੋਂ ਆਲਾਪ ਸੁਣਨ ਵਾਲਾ ਔਰ ਦੁੱਧ ਦੇਖਣ ਵਾਲੀ ਸੋ ठीक ਇਹ है ਦੇਖਣ ਦਾ ਨਹੀਂ ਤੇ ਮੈਂ ਜੋ ਤੇ ਆਲਾਪ ਪਰ ਉਹਦੇ ਬਾਅਦ ਇੱਕ ਮਨ ਲੈ ਕਰਾਂਗੇ ਅਸੀਂ ਧਮਾਲ ਕਰ ਦੇ ਵਿੱਚ ਦੋ ਵਾਹ वाह ਓਕੇ ਤੇ ਅਸੀਂ ਕਿਹਾ ਔਰ ਫਿਰ ਤਿੰਨ ਤਾਲ ਔਰ ਇਸ ਤਰ੍ਹਾਂ ठीक है जी ਤੇ ਕੋਸ਼ਿਸ਼ ਕਰਾਂਗੇ ਜਦੋਂ ਤੱਕ ਮਜ਼ਾ ਬਣਿਆ ਰਹੇ ਵਜਾਉਂਦੇ ਰਹੇ ਤੇ ਜਿੱਥੇ ਲੱਗਾ ਜੀ ਬਿਲਕੁਲ ठीक है जी ਤਾਨਪੁਰਾ ਘਟਾਵਾਂ ਤਾਨਪੁਰਾ ਥੋੜਾ ਜਿਹਾ ਘਟਾ ਦਿਓ ਤਾਨਪੁਰਾ ਥੋੜਾ ਘਟਾ ਦਿਓ ਪਲੀਜ਼ वाह
बड़ा लंबा सा। हाँ। वाह जी। ਕਮਾਲ ਹੈ ਸਰ। ਪਹਿਲੀ ਗੱਲ ਤੇ ਬਹੁਤ ਹੀ ਮੁਸ਼ਕਿਲ ਹੈ। ਮੈਨੂੰ ਇਹ ਦੱਸੋ, ਬਾਂਸੁਰੀ ਦੀ ਪ੍ਰੈਕਟਿਸ ਤਾਂ ਤੁਸੀਂ ਕਰਦੇ ਹੋ, ਸਾਹ ਦੀ ਕਿੰਨੀ ਕੁ ਪ੍ਰੈਕਟਿਸ ਕਰਦੇ ਹੋ? कोशिश ये की थी कि प्रैक्टिस अगर साथ ही नहीं हो रही, एक साथ खराब करने वाली चीज़ां भी ना ਅਸੀਂ ਇਸਤੇਮਾਲ ਕਰੀਏ। ਕੀ ਤੇ ਬਾਤ। ਫਿਰ ਕਿਉਂਕਿ ਜੋ ਕੁਦਰਤ ਨੇ ਸਾਨੂੰ ਮਨਸਬ ਜਿਹਾ ਦਿੱਤਾ ਨਾ, ਉਹ ਬਹੁਤ ਜ਼ਿਆਦਾ ਜੀ। ਹੈ। ਔਰ ਤੇ ਬਸ ਉਹਦੇ ਲਈ ਬਹੁਤ ਸ਼ੁਕਰੀਆ ਤੁਹਾਡਾ ਨੋਟਿਸ ਕਰਨ ਦਾ ਸਾਰਾ। ਥੈਂਕ ਯੂ। ਔਰ ਕੋਸ਼ਿਸ਼ ਕਰੋ ਥੋੜਾ ਜਿਹਾ ਮਾਈਕ੍ਰੋਫੋਨ ਦੇ, ਆਈ ਨੋ ਥੋੜਾ ਜਿਹਾ ਹੋਰ ਨਜ਼ਦੀਕ ਹੋ ਜਾਓ, ਕਿਉਂਕਿ ਬਾਂਸੁਰੀ ਦੀ ਆਵਾਜ਼ ਜਿਹੜੇ ਬਹੁਤ ਬਾਰੀਕ ਸੁਰ ਨੇ, ਔਰ ਜਾਂ ਜਿਹੜੀ ਵਬਰੈਟੋ ਹੈ ਉਹ ਫਿਰ ਥੋੜੀ ਜਿਹੀ ਘੱਟ ਆਉਂਦੀ ਹੈ, ਕਿਉਂਕਿ ਕੰਪਨ ਜਿਹੜੀ ਸੁਣਾਈ ਦਿੰਦੀ ਹੈ ਜਿਹੜੀ, ਤੇ ਉਹ ਨਜ਼ਦੀਕ ਹੋ ਜਾਓ ਤਾਂ ਕਿ ਥੋੜੀ ਜਿਹੀ ਹੋਰ ਕਲੀਅਰ ਸੁਣਾਈ ਦੇ। ਕੀ ਬਾਤ। ਇਹ ਕੰਪੋਜੀਸ਼ਨ ਧਮਾਕ ਦੇ ਵਿੱਚ ਅਸੀਂ ਦੋਵਾਂ ਨੇ ਮਿਲ ਕੇ ਬਣਾਈ ਹੈ। ਅੱਛਾ ਜੀ। ਸਾਡੇ ਤਾਂ ਠੀਕ ਹੈ।
बहुत अच्छा। ਵਾਹ ਜੀ ਵਾਹ। ਸਰ, ਅਗਰ ਮੈਨੂੰ ਮਿਸਟੇਕ ਨਹੀਂ ਲੱਗ ਰਹੀ ਤੇ ਇਹ 14 ਮਾਤਰਾ ਹੈ जी जी ਔਰ ਇਹਦਾ ਸਮ ਖਾਲੀ ਤੇ ਰਾਈਟ। जी। ਬਹੁਤ ਮੁਸ਼ਕਿਲ ਤਾਲ ਹੈ क्या बात। ਔਰ ਬਹੁਤ ਮੁਸ਼ਕਿਲ ਤਾਲ ਹੈ। ਮੈਂ ਗਵਈਏ ਸੁਣੇ ਨੇ, ਖਾਸ ਕਰਕੇ ਉਸਤਾਦ ਸਲਾਮਤ ਅਲੀ ਖਾਨ ਸਾਹਿਬ ਦੇ ਘਰਾਣੇ ਦੇ, ਉਹ ਸਾਰਿਆਂ ਨੂੰ ਮੈਂ ਸੁਣਿਆ। ਇਹ ਬਹੁਤ ਘੱਟ ਲੋਕ ਤਾਲ ਗਾਉਂਦੇ ਨੇ ਔਰ ਬਹੁਤ ਅੱਛਾ ਵਜਾਇਆ ਆਕਾਸ਼। ਇਹ 'ਚ ਤੁਸੀਂ ਦੁਰਤ ਵੀ ਕੀਤੀ। ਇਟਸ ਵੈਰੀ ਡਿਫਿਕਲਟ। ਇਹ ਤਾਲ ਰੱਖਣਾ, ਠੇਕਾ ਰੱਖਣਾ ਹੀ ਬਹੁਤ ਡਿਫਿਕਲਟ ਹੈ ਵਾਲਾ, ਔਰ ਬਹੁਤ ਅੱਛੀ चार कंपोजिशन। जी बहुत ठीक है, ठीक है। पेश कर दीजिए। ठीक है। ये ਉਸਤਾਦ ਜੀ ਤੁਹਾਡੀ ਆਵਾਜ਼ ਫਿਰ ਕਦੀ ਆ ਰਹੀ ਹੈ ਤੇ ਕਦੀ ਜਾ ਰਹੀ ਹੈ, ਜਦੋਂ ਜਾਂ ਬੋਲਦੇ ਤੇ ਹੋ। ਮਾਈਕ੍ਰੋਫੋਨ ਦੇ ਨੇੜੇ ਹੋ ਜਾਓ। ਜਗਪਾਲ ਮਾਸੀ ਜੀ, ਤੁਹਾਡਾ ਮੈਸੇਜ ਪੜ੍ਹ ਲਿਆ ਹੈ। ਤੁਸੀਂ ਕਹਿ ਰਹੇ ਹੋ ਵੌਇਸ ਕਲੀਅਰ ਨਹੀਂ ਆ ਰਹੀ ਹੈ ਜਦੋਂ ਆਪਾਂ ਗੱਲ ਕਰਦੇ ਹਾਂ ਉਦੋਂ। ਤੇ फ्लूट ठीक आ रही है। ਹਾਂਜੀ, Flute ਫਲੂ ਠੀਕ ਠੀਕ ਆ ਆ ਰਹੀ। ठीक। चलो साड़ी ठीक से भी सुनिए। तो साथ प्रयास का सबसे गली बंदे से साजिद मुझे कर रहा है, बहुत सारे गाते हैं। बहुत Okay. खूबसूरत बंदे। जी। मैं सामने पेश कर।
क्या बात एक थोड़ा जिना नाम देता है स्पिरिचुअल मूव जिन्हें स्पिरिचुअल भी कहते हैं फिर सो वो सब लेते हैं हाँ, हाँ, क्या बात हाँ हाँ
क्या बात है। वाह, वाह, वाह,
क्या बात है। क्या बात है। हाँ हाँ हाँ। हाँ 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 हाँ। वाह। लो जी, पहले तो बहुत 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 मज़ेदार बांसुरी, क्या बात है। और आकाश गिल दे जो तुसी पसीने कढ़ाए ने उस्ताद जी, ओहो हो आकाश। बाय द वे आकाश, ये आपके लिए, आकाश आपको बहुत बहुत अच्छा मौका मैं मिला है। आकाश जी ਤੁਹਾਡੇ ਬਾਰੇ ਗੱਲ ਕਹੂੰਗਾ ਕਿ ਅਸਲ ਮਾਇਨੇ 'ਚ ਸੰਗਤ ਕੀ ਹੈ ਨਾ, ਜੋ ਤੁਸੀਂ ਵਜਾਓ ਸੰਗਤ ਹੈ। ਜਦੋਂ ਉਹ ਬਾਂਸੁਰੀ ਵਜਾ ਰਹੇ ਸੀ, ਉਹਨਾਂ ਦੇ ਸੁਰ ਬਿਲਕੁਲ ਕੱਟ ਰਹੇ ਸੀਗੇ, ਤੁਹਾਡੇ ਤਬਲੇ ਦੀ ਸਾਊਂਡ ਵੀ ਉਨੀ ਘਟੀ ਜਾ ਰਹੀ ਸੀਗੀ। ਇਹਨੂੰ ਪਰਫੈਕਟ ਕਹੀਦਾ, मतलब ਪਰਫੈਕਟ, ਕਿ ਤੁਸੀਂ ਹਾਵੀ ਨਹੀਂ ਹੋ ਰਹੇ ਸੀ। ਫਿਰ ਇੱਕ ਅੱਛਾ ਉਸਤਾਦ ਉਹ ਹੈ, मौका ਫਿਰ दिंदा है। ਮੌਕਾ ਦਿੱਤਾ। ਫਿਰ क्या ਜਦੋਂ मौका ਮੌਕਾ दिया? ਦਿੱਤਾ, ਫਿਰ ਤੁਸੀਂ ਆਪਣਾ ਤਬਲਾ ਵਜਾਇਆ। ਤੁਸੀਂ ਸਭ ਕੁਝ ਵਜਾਚਾ ਜੀ। ਤੁਸੀਂ ਤਿੱਟ ਵਜਾਤੀ, ਤੁਸੀਂ ਧਿੱਟ ਵਜਾਤੀ, ਤਿਰਕਟ ਵਜਾਤੀ, ਧਿਰਧਰ ਵਜਾਤੀ। ਤੁਸੀਂ ਸਾਰਾ ਤਬਲਾ ਨਿਚੋੜ ਕੇ ਸਾਹਮਣੇ ਰੱਖਤਾ ਕਿ ਆ ਆਕਾਸ਼ ਗਿੱਲ ਹੈ। ਕੀ ਬਾਤ ਹੈ ਸਰ। लेकिन ਇਹਦਾ क्रेडिट उस्ताद जी ਨੂੰ ਜਾਂਦਾ है। क्योंकि ऐसी ऐसी चीज़ बजाई है आपने और ऐसा ऐसा मौका दिता है कि आकाश ਨੂੰ, मतलब आकाश ਨੂੰ भी ऊपर आने का मौका मिला है। ਮੈਨੂੰ लगता है कि मेरे को पता नहीं है गिल साहब आपने कहाँ से तबला सीखा पता नहीं, पर ਮੈਨੂੰ ਇਹ ਜ਼ਰੂਰ ਲੱਗਦਾ ਹੈ ਕਿ ਸੰਗਤ। ਹਾਨਿਫ ਜੀ ਦੀ ਸੰਗਤ ਦੇ ਵਿੱਚ ਆ ਕੇ ਤੁਸੀਂ ਹੋਰ ਜ਼ਿਆਦਾ ਤਬਲਾ ਸਿੱਖੇ ਹੋਗੇ ਡੈਫੀਨਿਟਲੀ। ਇੱਕ ਥਾਂ ਤੇ ਤੁਸੀਂ ਬੋਲੋ, ਫਿਰ ਤੋਂ ਬੋਲੋ, ਫਿਰ ਤੋਂ ਬੋਲੋ। ਉੱਪਰ ਕਰੋ। ਇਹਦੇ ਹੱਥ ਬੋਲਦੇ, ਇਹਦਾ ਗਲਾ ਨਹੀਂ ਬੋਲਦਾ। हाँ, थोड़ा माइक मुंह आगे लेके। खान साहब एक ਵਾਕਈ ਇੱਕ ਮਿੰਟ ਠਹਿਰੋ, ਪਸੀਨੇ ਵਾਕਈ ਮੈਂ ਸਹੀ ਕਿਹਾ ਸੀ, ਪਸੀਨੇ ਕਢਾਤੇ ਨੇ। ਹਾਨਿਫ ਜੀ, ਤੁਸੀਂ ਇੱਕ ਥਾਂ ਤੇ ਵਿੱਚ ਲਿਆ ਕੇ ਤੁਸੀਂ ਤਿਹਾਈ ਮਾਰੀ ਸੀ, ਤੇ ਮੈਨੂੰ ਲੱਗਿਆ ਸੀ ਸ਼ਾਇਦ ਇਹ ਮੁਕਾ ਹੈਗਾ ਨਾ। ਬਹੁਤ ਵਧੀਆ ਤਿਹਾਈ ਸੀ, ਤਿੰਨਾਂ ਦੀ ਬਹੁਤ ਜ਼ਬਰਦਸਤ ਸੀ। ਐਂਡ ਪਾਰਟ ਉਹਦਾ ਕਮਾਲ ਸੀ। ਲੇਕਿਨ ਫਿਰ ਤੁਸੀਂ ਸੰਗਤ ਦਿੱਤਾ, ਜਿਵੇਂ ਉਹਨੂੰ ਕਹੀਦਾ ਲਹਿਰਾ ਦਿੱਤਾ ਇਹਨੂੰ ਕਿ ਹੁਣ ਬੇਟਾ ਵਜਾ ਹੁਣ ਵਜਾ। ਫਿਰ ਇਹਨੇ ਲਹਿਰੇ 'ਚ ਵੀ ਇੱਕ ਥਾਂ ਤੇ ਤਿੰਨ ਤਾਲ ਨੂੰ ਕੈਰਵੇ ਨਾਲ ਮਿਕਸ ਕਰਨ ਦੀ ਕੋਸ਼ਿਸ਼ ਕੀਤੀ ਸੀਗੀ ਇਹਨੇ। ਉਹ ਮੈਨੂੰ ਲਚਕ ਨਜ਼ਰ ਆਈ। ਔਰ ਜਿਹੜਾ ਤੁਸੀਂ ਐਂਡ 'ਚ 9/9 ਮਾਰਿਆ, ਜਿਹਨੂੰ 9/9 ਅਸੀਂ ਕਹਿੰਦੇ ਹਾਂ, ਮਤਲਬ ਇਹ ਅਸਲ ਉਸਤਾਦ ਦੀ ਨਿਸ਼ਾਨੀ ਹੈ ਸਰ। ਇੰਨੀ ਉੱਪਰ ਤਿੰਨ ਤਾਲ ਨੂੰ ਲੈ ਕੇ ਜਾਣਾ, ਇੰਨੀ ਉੱਪਰ ਨਾ ਹੀ ਬਹੁਤ ਮੁਸ਼ਕਿਲ ਲੋਕ ਵਜਾਉਂਦੇ ਨੇ। ਔਰ ਤਬਲੇ ਵਾਲਾ ਵੀ ਵਿਚਾਰਾ, बेटा आज ते घर जाके ग्लूकोज पीवी। पर क्या मज़ा आया जो समा आप दोनों ने बनया, तो दोनों ने बनया ਜਿਹੜਾ ਸਮਾਂ, क्या बात है ਸਰ। ਕਨਸਰਟ ਮੈਨੂੰ ਇੰਜ ਲੱਗਿਆ, ਬਹੁਤ ਵੱਡੀ ਗੱਲ ਹੈ, ਲੇਕਿਨ ਜੋ ਸਾਡੇ ਦਿਮਾਗ 'ਚ ਆਉਂਦਾ, ਮੈਨੂੰ ਇੰਜ ਲੱਗਿਆ ਜਿਵੇਂ ਮੈਂ ਹਰੀ ਪ੍ਰਸਾਦ ਚੌਰਸੀਆ ਜੀ ਨੂੰ ਸੁਣ ਰਿਹਾ ਕਿਤੇ ਬੈਠਾ, ਰਾਈਟ। ਔਰ ਸ਼ਾਇਦ ਤਬਲੇ ਤੇ ਕੋਈ ਜ਼ਾਕਿਰ ਬਾਈ ਦਾ ਡਿਸਾਈਪਲ ਬੈਠਾ ਹੈ, ਜਾਂ ਕੋਈ ਤਾਰਿਕ ਖਾਨ ਸਾਹਿਬ ਦਾ ਸ਼ਾਗਿਰਦ ਬੈਠਾ, ਐਸਾ। ਔਰ ਤੁਹਾਡਾ ਜਿਹੜਾ ਮਿਕਸਚਰ ਬੌਂਡਿੰਗ, ਜਿਹੜਾ ਪਿਆਰ ਜਿਹਨੂੰ आपस ਕਹੀਦਾ, में बॉन्डिंग, एक दूसरे ਨੂੰ ਪਹਿਚਾਨਣਾ, ਕਮਾਲ ਸਰ। तो ਤੁਸੀਂ ਇਹ ਗੱਲ ਕਹਿ ਰਹੇ ਹੋ, ਸਾਡੇ ਵਾਸਤੇ ਗੱਲ ਜ਼ਿਆਦਾ ਵੱਡੀ ਹੋ ਜਾਂਦੀ ਹੈ। ਅੱਛਾ ਜੀ, ਅੱਛਾ। ਹੁਣ ਆਪਾਂ ਇੱਕ ਦੋ ਮਿੰਟ ਆਪਾਂ ਗੱਲ ਕਰਾਂਗੇ, ਤੇ ਮੈਂ ਚਾਹਾਂਗੀ ਜਿਹੜੇ ਮਾਈਕ੍ਰੋਫੋਨ ਦੇ ਕੋਲ ਤੁਹਾਨੂੰ ਹੈਲਪ ਕਰ ਰਹੇ ਨੇ ਕਿ ਐਕੋ ਥੋੜੀ ਜਿਹੀ ਘਟਾ ਦੇਣ ਤਾਂ ਕਿ ਤੁਹਾਡੀ ਆਵਾਜ਼ ਆਵੇ ਕਲੀਅਰ। ਇਹ ਮਾਈਕ ਫੇਸ ਤੇ ਗਿਆ ਇੱਕਦਮ। ਜੀ ਹਾਂ, ਹੁਣ ਆਈ ਨਾ। ਤੇ ਇੱਕ ਤੇ ਮੈਨੂੰ ਥੋੜੀ ਜਿਹੀ ਨੌਲੇਜ ਦੱਸੋ, ਕਿਉਂਕਿ ਮੈਂ ਮਿਊਜ਼ਿਕ ਲਵਰ ਆ, ਇੰਸਟਰੂਮੈਂਟ ਸਪੈਸ਼ਲਿਸਟ ਨਹੀਂ ਹੈਗੀ ਮੈਂ ਇੰਸਟਰੂਮੈਂਟ ਲਵਰ ਹਾਂ। ਲੇਕਿਨ ਉਹਦੇ ਚ ਮੈਨੂੰ ਦੱਸੋ, ਬਾਂਸੁਰੀ ਦੇ ਵਿੱਚ ਕਿੰਨੇ ਕੁ ਸੁਰਾਖਾਂ ਹੁੰਦੀਆਂ ਨੇ, ਕਿੰਨੇ ਉਹਦੇ ਚ ਛੇਦ ਨੇ ਬਾਂਸੁਰੀ ਦੇ ਵਿੱਚ? ਇਹ ਜੀ blowing holes ਨੇ 700। ਲੇਕਿਨ ਟੈਕਨੀਕਲੀ 800 blowing ਹੋ ਗਿਆ, ਕਿਉਂਕਿ ਬਾਂਸੁਰੀ ਦੇ ਜਿਹੜੇ ਨਜ਼ਰ ਆਉਂਦੇ ਨੇ ਸਾਨੂੰ ਉਹਦੇ 6 ਓਕੇ। ਪਰ ਜਦੋਂ ਸਾਰੇ ਮਨ ਕਰਕੇ ਜੋ ਕਰਦੇ ਨੇ ਤੇ ਇਹਦਾ ਬਿਲਕੁਲ ਹੈ ਵਾਲਾ ਹੋ ਗਿਆ ਪਹਿਲਾ ਇਹਨੂੰ ਵੀ ਕੋਕ। ਓਕੇ। ਸੋ ਇਹ ਬਿਲਾਵਲ ਫਾਰਦਾ ਹੈ ਅਗਰ ਅਸੀਂ ਆਟੋਮੈਟਿਕ ਸਿਸਟਮ ਦੇਖੀਏ ਤਾਂ ਅੱਛਾ, ਹੁਣ ਤੁਹਾਡੀ ਆਵਾਜ਼ ਨਹੀਂ ਆ ਰਹੀ ਪ੍ਰੋਪਰ, ਮੈਨੂੰ ਆਵਾਜ਼ ਕਾਫੀ ਬਿਖਰ ਕੇ ਆ ਰਹੀ ਹੈ। ਤੇ ਐਕੋ ਅਗਰ ਜਿੰਨਾ ਹੋ ਸਕਦਾ ਪਲੀਜ਼ ਕੱਟ ਕਰ ਦਿਓ ਤਾਂ ਕਿ ਆਵਾਜ਼ ਕਲੀਅਰ ਆਵੇ, ਜਾਂ ਫਿਰ ਕੋਈ ਹੋਰ ਮਾਈਕ੍ਰੋਫੋਨ ਦੇ ਦਿਓ ਉਸਤਾਦ ਜੀ ਨੂੰ ਬੋਲਣ ਵਾਸਤੇ। ਇਹ ਪਰਫਾਰਮ ਕਰਨ ਵਾਸਤੇ ਰੱਖ ਲਓ ਤੇ ਇੱਕ ਬੋਲਣ ਵਾਸਤੇ ਅਲੱਗ ਰੱਖ ਲਓ।
ਜਾਂ ਗਿੱਲ ਸਾਹਿਬ ਦਾ ਬਾਹਰੋਂ ਕਰ तो ਲਓ हाँ या सी मोनी गिल कि जुगाड़ू पूरी जिनको पूरा जुगाड़ू हाँ जी ਇਹਦੇ ਸਵਾਲ हाँ जी ਹੁਣ ਸਹੀ ਆ ਰਹੀ ਹੈ ਕਿਉਂਕਿ ਸਾਨੂੰ ਸਮਝ ਆ ਸਕੇ ਕਿ ਅਸੀਂ ਵੀ ਸਿੱਖਣਾ ਚਾਹ ਰਹੇ ਹਾਂ ਹੋਰ ਤੇ ਇਹ ਜਦੋਂ ਤੁਸੀਂ ਵਜਾਉਂਦੇ ਹੋ ਤੇ ਇਹਦੇ ਵਿੱਚ ਇੱਕ ਵੱਖਰੀ ਜਿਹੀ ਇੱਕ ਸਾਊਂਡ ਆਉਂਦੀ ਹੈ ਜਿਵੇਂ ਖਰਾਸ਼ ਦਈਦੀ ਹੈ ਨਾ ਕਿਸੇ ਚੀਜ਼ ਨੂੰ ਜਾਂ ਜਿਵੇਂ ਥਰੋ ਦਈਦਾ ਵੌਇਸ ਨੂੰ ਮੈਨੂੰ ਗਲੇ ਦਾ ਤਾਂ ਪਤਾ ਹੈ ਪਰ ਮੈਨੂੰ ਬਾਂਸੁਰੀ ਦਾ ਨਹੀਂ ਪਤਾ ਉਹਨੂੰ ਕੀ ਕਹਿੰਦੇ ਨੇ ਕਿ ਜਿੱਥੇ ਇੱਕਦਮ ਪੂਰਾ ਥਰੋ ਦੇ ਦੇਣਾ ਔਰ ਉਹ ਕੰਪਨ ਜੀ ਮਹਿਸੂਸ ਹੋਣਾ ਉਸ ਸੁਰਾਂ ਦੇ ਵਿੱਚ ਉਹਨੂੰ ਕੀ ਕਹਿੰਦੇ ਨੇ ਉਹਨੂੰ ਬੁਨਿਆਦੀ ਤੌਰ ਤੇ ਬੋਲੀ ਜੀ ਕਿ ਇਹ ਬਾਂਸੁਰੀ ਇੱਕ ਰੈਜ਼ੋਨੇਟਿੰਗ ਇਨਸਟਰੂਮੈਂਟ ਹੈ ਨਾ ਅਸਲ 'ਚ। ਤੇ ਇਹਦੀ ਰੈਜ਼ੋਨੈਂਸ ਇਹਦੇ ਜਿਹੜੇ ਰਿਸ਼ਤੇ ਨੇ ਬਾਂਸ ਦੇ ਉਹ ਸੁਣਾਈ ਦੇਣੇ ਚਾਹੀਦੇ ਮਤਲਬ ਮੇਰਾ ਇਹ ਖਿਆਲ ਹੈ ਕਿ 10 ਤੋਂ 15% ਜਿਹੜਾ ਇਹਦੇ 'ਚ ਇਹਦਾ ਸਟਰਕਚਰਲ ਨੋਇਜ਼ ਆਉਣਾ ਚਾਹੀਦਾ ਓਕੇ ਐਕਚੁਅਲੀ ਉਹ ਇਹਦਾ ਸੂਤੀ ਹੈ भाई साहब एको थोड़ी जी और घटा दो प्लीज़ मैंने आवाज़ नहीं सुनाई दे रही और साढ़े कमेंट्स भी लिख रहे हैं सारे लोग कि आवाज़ क्लीयर नहीं आ रही बांसुरी की आवाज़ क्लीयर आ रही सी लेकिन आवाज़ अगर क्लीयर करो माइक्रोफोन की ताकि सानू समझ आ सके उस्ताद जी की बोल रहे हैं एको घटा दो ਜੀ ਤੇ ਇਹਨੂੰ ਸਿੱਖਣ ਵਾਸਤੇ ਸਾਜ਼ ਨੂੰ ਸਿੱਖਣ ਵਾਸਤੇ ਸਭ ਤੋਂ ਪਹਿਲੀ ਚੀਜ਼ ਕੀ ਕਰਨੀ ਚਾਹੀਦੀ ਹੈ ਮਤਲਬ ਸਾਹ ਦੀ ਪ੍ਰੈਕਟਿਸ ਕਰਨੀ ਚਾਹੀਦੀ ਹੈ ਰਾਗਾਂ ਦੀ ਪ੍ਰੈਕਟਿਸ ਕਰਨੀ ਚਾਹੀਦੀ ਹੈ ਕਿਵੇਂ ਇਹਦੀ ਸ਼ੁਰੂਆਤ ਕਿਸ ਤਰ੍ਹਾਂ ਕਰੀਦੀ ਹੈ ਜੀ ਇਹ ਤੁਹਾਨੂੰ ਮੇਰੀ ਆਵਾਜ਼ ਆ ਰਹੀ ਹਾਂਜੀ ਹੁਣ ਆ ਰਹੀ ਹੈ ਹੁਣ ਪਰਫੈਕਟ ਹੈ ਬਾਂਸਰੀ ਨੂੰ ਇੱਕ ਤੇ ਅਸੀਂ ਐਂਟਰਟੇਨਮੈਂਟ ਦਾ ਇੰਸਟਰੂਮੈਂਟ ਸਮਝਦੇ ਹਾਂ ਕਿ ਦੂਸਰੇ ਸਾਰੇ instrument। ਲੇਕਿਨ ਹਰ ਜਿੰਨੇ ਵੀ ਸਾਡੇ ਇੰਸਟਰੂਮੈਂਟ ਨੇ ਜਿਹਨੂੰ ਅਸੀਂ ਹਿੰਦੁਸਤਾਨੀ ਕਲਾਸੀਕਲ ਇੰਸਟਰੂਮੈਂਟਸ ਕਹਿੰਦੇ ਆ ਉਹਨਾਂ ਦਾ ਬਕਾਇਦਾ ਕੋਈ ਨਾ ਕੋਈ ਖਾਸ ਮਕਸਦ ਹੁੰਦਾ ਬਾਂਸਰੀ ਵਜਾਉਣ ਵਾਸਤੇ ਸਾਨੂੰ ਸਾਹ ਦੀ ਪ੍ਰੈਕਟਿਸ ਕਰਨ ਦੀ ਜ਼ਰੂਰਤ ਨਹੀਂ ਆਹ ਸਾਨੂੰ ਬਾਂਸਰੀ ਵਜਾ ਕੇ ਸਾਹ ਦੀ ਪ੍ਰੈਕਟਿਸ ਕਰਨੀ ਓ ਅਸਲ 'ਚ ਇੱਕ ਟੂਲ ਹੈ ਆਪਣੇ ਸਾਂਸ ਨੂੰ ਵਧਾਉਣ ਦਾ ਪ੍ਰੈਕਟਿਸ ਕਰਨ ਦਾ ਸੋ ਦੂਸਰੀ ਬਾਤ ਉਹ ਹੈ ਕਿ ਇਸੇ ਤਰ੍ਹਾਂ ਤਬਲਾ ਜਿਹੜਾ ਵੀ ਉਹ ਵਜਾਉਣ ਵਾਸਤੇ ਹੱਥਾਂ ਨੂੰ ਸਟਰੋਂਗ ਨਹੀਂ ਕਰਨਾ ਪਏਗਾ ਤਬਲਾ ਵਜਾ ਕੇ ਹੱਥ ਸਟਰੋਂਗ क्या बात है हाँ सो ये सारे इंस्ट्रूमेंट जिन्हें ने उन्होंने का एक ही है और दूसरी बात कि जो मैं इसके बारे रिसर्च की है जो पढ़े है जो समझ आई वो ये आई कि जेडे साडा म्यूजिक ਜਿਹੜਾ ਹਿੰਦੁਸਤਾਨੀ ਕਲਾਸੀਕਲ ਮਿਊਜ਼ਿਕ ਜਿਹਨੂੰ ਅਸੀਂ ਕਹਿੰਦੇ ਸ਼ਾਸਤਰੀ ਸੰਗੀਤ ਇਹ ਅਸੀਂ ਮੁਕਾਬਲਾ ਵੈਸਟਰਨ ਜਾਂ ਈਸਟਰਨ ਮਿਊਜ਼ਿਕ ਦਾ ਨਹੀਂ ਕਰ ਰਹੇ ਬਟ ਅਸੀਂ ਫੈਕਟਸ ਦੇ ਉੱਤੇ ਗੱਲ ਕਰ ਰਹੇ ਹਾਂ जी ਕਿ ਤੁਸੀਂ ਦੇਖੋਗੇ ਕਿ ਸਾਡੇ ਜਿੰਨੇ ਇੰਸਟਰੂਮੈਂਟ ਉਹਨਾਂ ਦੀ ਡਿਜ਼ਾਈਨਿੰਗ ਜਿਹੜੀ ਹੈ ਨਾ ਉਹ ਹਿਊਮਨ ਬੋਡੀ ਦੇ ਸਾਈਜ਼ਸ ਦੇ ਹਿਸਾਬ इंसान मसलन। की हाँ जी ਜੀ ਉਹਨਾਂ ਦੇ ਹੱਥਾਂ ਦਾ ਸਾਈਜ਼ ਕੀ ਹੈ ਸਿਤਾਰ ਔਰ ਗਿਟਾਰ ਇੱਕ ਫੈਮਿਲੀ ਦੇ ਇੰਸਟਰੂਮੈਂਟ ਨੇ ਲੇਕਿਨ ਤੁਸੀਂ ਦੇਖੋ ਗਿਟਾਰ ਨੂੰ ਹੋਲਡ ਕਰਨ ਲਈ ਤੁਹਾਡੇ ਹੱਥਾਂ ਨੂੰ ਇਹ ਨੈਚੁਰਲ ਪੋਜੀਸ਼ਨ 'ਚ ਜਾਣਾ ਹੈ ਉਂਗਲੀਆਂ ਨੂੰ ਤੁਸੀਂ ਦੇਖੋਗੇ ਵਾਇਲਨ ਨੂੰ ਪਰ ਸਿਤਾਰ ਤੁਸੀਂ ਦੇਖੋਗੇ ਕਿ ਉਹ ਬਿਲਕੁਲ ਜਿੱਦਾਂ ਹੱਥ ਦਾ ਸਾਈਜ਼ ਹੁੰਦਾ ਗੰਜੀ ਦਾ ਸਾਈਜ਼ ਹੁੰਦਾ ਔਰ ਪਰਫੈਕਟ ਉਹਨੂੰ ਸਿੱਧੇ ਤਰੀਕੇ ਨਾਲ ਪਰ ਸਾਡੇ ਇੰਸਟਰੂਮੈਂਟ ਜਿਹੜੇ ਨੇ ਇਨਸਾਨੀ ਫਿਜ਼ੀਕ ਨੂੰ ਜਿਹੜਾ ਨਾ ਉਹ ਨਹੀਂ ਕਰਦੇ ਇਸੇ ਤਰ੍ਹਾਂ ਤਬਲਾ ਜਿਹੜਾ ਉਹ ਬਿਲਕੁਲ ਸਿੱਧੇ ਬਿਲਕੁਲ ਇਸੇ ਤਰ੍ਹਾਂ ਬਾਂਸਰੀ ਦਾ ਤੁਸੀਂ ਦੇਖੋ ਵਾਇਲਨ ਔਰ ਸਾਰੰਗੀ ਬਿਲਕੁਲ ਸਿੱਧਾ ਔਰ ਸਿੰਪਲ ਹੱਥ ਉਹਦੇ ਤੇ ਹਲਕਾ ਜਿਹਾ ਬੈਂਡ ਹੋਏਗਾ ਤੇ ਸਾਰੰਗੀ ਜਦਕਿ ਵਾਇਲਨ ਵਾਸਤੇ ਤੁਹਾਨੂੰ ਹੱਥ ਨੂੰ ਹਲਕਾ ਜਿਹਾ ਨੱਕਾ ਕਰਨਾ ਪਏਗਾ ਮਤਲਬ ਮੈਂ ਵੈਸੇ ਔਰ ਫਨ ਹੈ ਬਟ ਇਹਨਾਂ ਸਾਰੀਆਂ ਗੱਲਾਂ ਦਾ ਮਤਲਬ ਇਹ ਨਹੀਂ ਕਿ ਉਹ ਸਾਥ ਕੋਈ ਸ਼ਾਇਦ ਪਿੱਛੇ ਨਹੀਂ ਹੈ ਐਸਾ ਨਹੀਂ ਹੁੰਦਾ ਲੇਕਿਨ ਮੈਂ ਦੱਸ ਰਿਹਾ ਕਿ ਜਿਹੜੇ ਸਾਡੇ ਸਾਥ ਜਿਹਨੇ ਨੇ ਚਾਹੇ ਆਵਾਜ਼ ਦੇ ਤੱਕ ਕੁਝ ਵੀ ਫੋਕ ਇੰਸਟਰੂਮੈਂਟ ਉਹ ਸਾਰਿਆਂ ਦੀ ਡਿਜ਼ਾਈਨਿੰਗ ਉਹ ਹਿਊਮਨ ਬੋਡੀ ਦਾ ਸਾਹਮਣੇ ਔਰ ਇੱਕ ਬਹੁਤ ਨਿਸ਼ਾਨ ਬਾਤ ਹੈ ਮੇਰੀ ਕਿਉਂਕਿ ਅੱਜ ਕੱਲ੍ਹ ਨਹੀਂ ਹੋਇਆ ਇਹ ਹਜ਼ਾਰਾਂ ਸਾਲ तो ਯਾ ਤੇ ਇਹ ਸਾਡਾ ਮਿਊਜ਼ਿਕ ਐਵੇਂ ਨਹੀਂ ਹੁੰਦਾ ਵਜ੍ਹਾ ਤੋਂ ਔਰ ਦੂਸਰਾ ਇੱਕ ਛੋਟੀ ਜਿਹੀ ਮੈਂ ਗੱਲ ਦੱਸਣਾ ਚਾਹਾਂਗਾ ਕਿ ਜਦੀਦ ਰਿਸਰਚ ਹੈ ਮੈਂ ਸਟੇਜ ਪਲੇਸਿੰਗ ਦੀ ਗੱਲ ਕਰ ਕਿ ਸਟੇਜ ਤੇ ਅਸੀਂ ਦੇਖਦੇ ਹਾਂ ਕਿ ਬੇਸ ਇੰਸਟਰੂਮੈਂਟ ਜਿਹੜਾ ਹੈ ਉਹ ਰਾਈਟ ਸਾਈਡ ਤੇ ਹੈ ਔਰ ਆਈਜ਼ ਵਾਲਾ ਜਿਹੜਾ ਸ਼ਾਰਪ ਚਾਹੇ ਹਾਰਮੋਨੀਅਮ ਬੈਠਾ ਉਹ ਕਿ ਅਸੀਂ ਉਲਟ ਕੀਤਾ ਕਿਸੇ ਵਜ੍ਹਾ ਤੋਂ ਸੈਟਿੰਗ ਹੋਈ ਅੱਛਾ ਉਹਦੀ ਵਜ੍ਹਾ ਹੈ ਕਿ ਜਿਹੜਾ ਸਨਵਈਆ ਸਾਹਮਣੇ ਬੈਠਾ ਹੈ ਉਹਦਾ ਰਾਈਟ ਜਿਹੜਾ ਇਹ ਵਾਲਾ ਕੰਨ ਸਿੱਧੇ ਹੱਥ ਵਾਲਾ ਕੰਨ ਜਿਹੜਾ ਉਹ ਸ਼ਾਰਪ ਚੀਜ਼ਾਂ ਨੂੰ ਜ਼ਿਆਦਾ ਹੁੰਦਾ ਬੜੇ ਅੱਛੇ ਨਾ ਕੰਫਰਟ ਜ਼ੋਨ ਦੇ ਵਿੱਚ ਰਹਿੰਦਾ ਤੇ ਜਿਹੜਾ ਲੈਫਟ ਵਾਲਾ ਕੰਨ ਹੈ ਉਹ ਬੇਸ ਵਾਲੀਆਂ ਚੀਜ਼ਾਂ ਜਿਹੜਾ ਨਾ ਇਸ ਵਾਸਤੇ ਸਟੇਜ ਦੀ ਸੈਟਿੰਗ ਜਿਹੜੀ ਸਾਡੀ ਬਣੀ ਇਹ ਵੀ ਹਜ਼ਾਰਾਂ ਸਾਲ
ਫੀਲ ਹੈ ਵਾਹ ਤੇ ਇਹ ਬਹੁਤ ਇੱਕ ਦਿਲ ਨੂੰ ਸ਼ਾਂਤ ਸਿੱਖਣ ਦੀ ਜਿਹੜਾ ਸਾਡੀ ਕਿਸਮਤ ਚ ਹੋਇਆ ਜਿਹਦੇ ਨਾਲ ਅਸੀਂ ਜੁੜੇ ਜੀ ਤੇ ਇਹ ਦਿਲ ਨੂੰ ਸ਼ਾਂਤ ਬਾਤ ਕੀ ਬਾਤ ਹੈ ਵਾਹ ਜੀ ਵਾਹ ਉਸਤਾਦ ਜੀ, ਤੁਸੀਂ ਅੱਜ ਮੈਡੀਕਲ ਤਰੀਕੇ ਨਾਲ ਜਿਹੜਾ 뮤직 ਸਮਝਾਇਆ ਨਾ ਸਾਨੂੰ ਕਿ ਇਧਰੋਂ ਆ ਇਹ ਕੀ ਬਾਤ ਹੈ ਬਹੁਤ ਹੀ ਇਹ ਐਕਸਪੀਰੀਅੰਸ ਹੈ। ਔਰ ਵਾਕਈ ਹੀ ਤੁਹਾਡਾ ਨਾਮ ਉਸਤਾਦ ਹਾਨਿਫ ਖਾਨ ਜੀ, ਵਾਕਈ ਸਰ ਤੁਸੀਂ 110% ਡਿਜ਼ਰਵਿੰਗ ਕਹੀਦਾ, ਯੂ ਡਿਜ਼ਰਵ ਦੈਟ। ਔਰ ਤੁਸੀਂ ਇੱਕ ਅੱਛੇ ਕਲਾਕਾਰ ਤੇ ਹੋ, ਅੱਛੇ ਇਨਸਾਨ। ਤੁਹਾਡੀ ਬਾਂਸੁਰੀ ਦੇ ਸਾਜ਼ ਨੇ ਦੱਸਦਾ ਕਿ ਤੁਸੀਂ ਆਪਣੇ ਆਪ ਨੂੰ ਟਿਊਨ ਕਰਨਾ ਹੈ, ਬਾਂਸੁਰੀ ਆਪਣੇ ਆਪ ਟਿਊਨ ਹੋ ਜਾਏਗੀ। ਔਰ ਜਿਹੜਾ ਤੁਸੀਂ ਨਾਲ ਯੰਗ ਜਨਰੇਸ਼ਨ ਨਾਲ ਲੈ ਕੇ ਚੱਲ ਰਹੇ ਹੋ, ਬਿਲਕੁਲ ਇਸ ਤੋਂ ਵੱਡਾ ਸਰ ਕੋਈ ਕੰਮ ਨਹੀਂ ਹੈਗਾ, ਇਸ ਤੋਂ ਵੱਡਾ ਕੋਈ ਕੰਮ ਨਹੀਂ ਹੈਗਾ। ਤੇ ਸਾਨੂੰ ਤੁਹਾਡੇ ਵਰਗੇ ਲੋਕਾਂ ਦੀ, ਤੁਹਾਡੇ ਇੱਕ ਵਰਗੇ ਦੋ comment ਉਸਤਾਦਾਂ ਪੜ੍ਹ ਲਓ, ਦੀ ਸਾਡਾ ਬਹੁਤ ਲੋੜ ਹੈ। ਖਾਸ ਲੋਕ ਜੁੜ ਗਏ ਨੇ। ਨਾਨਕ ਨੀਰ ਜੀ ਲਿਖ ਰਹੇ ਸੋ ਬਿਊਟੀਫੁਲ, ਇਹ ਬਹੁਤ ਵੱਡੇ ਫਨਕਾਰ ਦੇ ਪਿਤਾ ਜੀ ਨੇ। ਔਰ ਜੈਜ਼ਮ ਸ਼ਰਮਾ ਦੇ ਪਿਤਾ ਜੀ ਨੇ। और सजाद हुसैन रिजवी लिख रहे हैं आवाज़ सही है। विवेक कलजारकर लिख रहे हैं एक्सीलेंट। नानक जी कह रहे हैं अब क्लियर है। बाबर लतीफ़ खान लिख रहे हैं बहुत अच्छा तबला आकाश artist, एंड दिल्ली- हाफिज़ जी दिल्ली को बेस्ट विशेस। थैंक यू जी। और आपका कमेंट आना हमारे लिए बहुत बड़ी बात है। बहुत अच्छे फनकार ने और क्या अमेजिंग तबला वादक ने। और इशू सिंगर जी की कहते हैं बहुत खूब। ਤੇ ਉਸਤਾਦ ਜੀ ਤੁਹਾਡੀ ਅਰਸ਼ੂ, ਅੱਛਾ sorry। ਤੁਹਾਡੀ ਕੋਈ ਇੰਸਟੀਟਿਊਟ ਤੁਸੀਂ ਕਿਹਾ ਸੀ ਮੈਂ ਮਤਲਬ ਕਲਾਸਿਸ ਵੀ ਲੱਗਦੀਆਂ ਨੇ ਤੁਹਾਡੇ, ਇੰਸਟੀਟਿਊਟ ਵੀ ਹੈਗੀ ਕਿ ਬੱਚਿਆਂ ਨੂੰ ਸਿਖਾਉਣ ਦਾ ਕੀ ਤਰੀਕਾ? ਜੀ ਮੈਂ ਇੱਥੇ ਇੱਕ ਸਕੂਲ ਹੈ, ਜਿਸ ਤਰ੍ਹਾਂ ਪ੍ਰਾਈਵੇਟ ਸਕੂਲ ਇੰਡੀਆ ਚ ਵੀ ਹੈ, ਜਿਹੜਾ ਸਭ ਤੋਂ ਮਹਿੰਗੇ ਸਭ ਦੇ ਸਕੂਲ ਹੈ, ਉਹਦੇ ਚ 15 ਸਾਲ ਤੋਂ ਮਿਊਜ਼ਿਕ ਸਿਖਾ ਰਿਹਾ। ਵਾਹ ਔਰ ਮੇਰੀ ਸ਼ਰਾਇਤ ਇਹ ਸਨ ਕਿ ਮੈਂ ਫੋਕ ਔਰ ਕਲਾਸਿਕਲ ਨੂੰ ਸਿਖਾਵਾਂ, ਮੈਂ ਫਿਲਮਸ ਮਿਊਜ਼ਿਕ ਮਿਊਜ਼ਿਕ, ਕਿਉਂਕਿ ਜਿਹੜੇ ਬਰਗਰ ਬॉयਜ਼ ਬਰਗਰ ਬੇਬੀਜ਼ ਨੇ ਉਹ ਸਾਰੇ ਆਪਣੀ ਗੱਡੀਆਂ ਦੇ ਵਿੱਚ ਬਹੁਤ ਸੀ, ਉਹਨਾਂ ਨੂੰ ਇੰਗਲਿਸ਼ ਗਾਣੇ ਬਹੁਤ ਆਉਂਦੇ, ਨਹੀਂ ਆਉਂਦਾ ਜਿਹੜਾ ਕੰਮ ਕਲਾਸਿਕਲ ਹੋ ਕੇ ਜਿਹੜਾ ਸਾਡਾ ਬੀਟਿੰਗ ਤੇ ਉਹ ਇਸ ਸ਼ਰਤ ਤੇ ਹੀ ਮੈਂ ਕਰਨੀ ਸ਼ੁਰੂ ਕੀਤੀ। ਬਿਲਕੁਲ ਜੀ ਮੈਂ ਕਲਾਸ 1 ਤੋਂ ਲੈ ਕੇ ਤੇ 11 ਤੱਕ ਬੱਚਿਆਂ ਦਾ ਸਕੂਲ ਰੱਖਿਆ ਤੇ ਉਹ ਸਭ ਕਲਾਸਿਕਲ ਗਾਉਂਦੇ ਨੇ, ਸਭ ਨੂੰ ਮਾਤਰੇ ਦੀ ਆਉਂਦੇ ਨੇ, ਸਭ ਨੂੰ ਪਤਾ ਹੈ ਕਿ 10-16 ਮਾਤਰੇ ਇੱਕ ਵਾਈ ਦਾ ਮਾਤਰੇ ਦੀ ਕਰਵਾਉਂਦਾ आवाज सुनाई दे ਇਹ रही? ਸਭ ਨੂੰ ਪਤਾ ਹੈ। ਸੋ ਉਹਨਾਂ ਵਾਸਤੇ ਉਹ ਬਿਲਕੁਲ ਉਸੇ ਤਰ੍ਹਾਂ ਹੀ ਹੈ ਜਿਸ ਤਰ੍ਹਾਂ ਉਹ ਪੂਰਾ ਟੇਬਲ ਯਾਦ ਕਰਦੇ ਨੇ। और रिसेंटली 4 साल तो मैं एक यूनिवर्सिटी है लम्स यूनिवर्सिटी, वैसे तो बिजनेस की यूनिवर्सिटी लाहौर यूनिवर्सिटी ऑफ मैनेजमेंट एंड साइंस, ये ਉਹਦਾ ਨਾਮ ਹੈ ਲम्स। ਤੇ ਜਿਸ ਤਰ੍ਹਾਂ ਸਾਰੀ ਦੁਨੀਆ ਚ ਚਾਹੇ ਕਾਨੂੰਨ ਦੀ ਯੂਨੀਵਰਸਿਟੀ ਹੈ, ਚਾਹੇ ਉਹ ਜ਼ਰਾਅਤ ਦੀ ਹੈ, ਚਾਹੇ ਕਿਸੇ ਦੀ ਹੈਗੀ ਹੈ, ਉਹਦੇ ਚ ਮਿਊਜ਼ਿਕ ਜਾਂ ਆਰਟ ਜਿੰਨੇ ਵੀ ਲੋਕ ਕਰਦੇ, अच्छा ਉਹਦੇ ਚ ਵੀ ਮੇਰੀ ਜਿਹੜੀ ਸ਼ਰਤ ਸੀ, ਮੈਨੂੰ ਉਹਨਾਂ ਨੇ ਕਿਹਾ ਜੀ ਤੁਸੀਂ ਖੁਦ ਪੜ੍ਹਾ ਰਹੇ ਹੋ, ਤੇ ਮੇਰੀ ਇਹ ਸ਼ਰਤ ਸੀ ਕਿ ਮੈਂ ਅਗਰ ਇਹ ਕੋਰਸ ਮੇਰਾ ਮਿਊਜ਼ਿਕ ਦਾ ਡਿਗਰੀ ਦਾ ਹਿੱਸਾ ਹੋਏਗਾ ਤੇ ਫਿਰ ਮੈਂ ਪੜ੍ਹਾਵਾਂਗਾ। ਅਗਰ ਐਂਟਰਟੇਨਮੈਂਟ ਵਾਸਤੇ ਸਟੂਡੈਂਟ ਸੇ ਕਰਨਾ ਤੇ ਮੈਂ ਔਰ ਫਿਰ ਉਹਨਾਂ ਨੇ 2 ਕ੍ਰੈਡਿਟ ਆਵਰਸ ਦੀ ਕਲਾਸ ਯੂਨੀਵਰਸਿਟੀ ਦੇ ਵਿੱਚ ਅਨਾਉਂਸ ਕੀਤੀ ਔਰ ਉਹਦੇ ਚ 100 ਦੇ ਮਤਲਬ ਵਰਕਨੈਸ ਔਰ ਮਤਲਬ ਬੱਚਾ ਹੈ ਔਰ ਪਾਸ ਫੇਲ ਤੇ ਸਟੂਡੈਂਟ ਬਹੁਤ ਖੁਸ਼ ਰਹਿਣ। 30-35 ਦੀ ਸਟੈਂਡ ਤੇ, ਲੇਕਿਨ ਜਿਹੜੇ ਵੇਟਿੰਗ ਤੇ ਹੁੰਦੇ ਨੇ ਉਹ ਤਕਰੀਬਨ 400 ਤੋਂ 500 ਹੁੰਦੇ ਤੇ ਸ਼ਾਇਦ ਕੁਝ ਛੱਡ क्या ਵਾਹ बात, ਵਾਹ। वाह। ਤੇ ਤੇ ਮੈਨੂੰ ਹੁਣ ਦੱਸੋ ਕਿ ਹੁਣ ਤੁਸੀਂ ਤੁਸੀਂ ਸਾਨੂੰ ਆ ਜਿਹੜਾ ਪਹਿਲਾ ਪ੍ਰੋਗਰਾਮ ਸਾਨੂੰ ਸੁਣਾਇਆ ਨਾ, ਤੁਸੀਂ ਮੈਨੂੰ ਤਾਂ ਪੂਰੇ ਕਨਸਰਟ ਹੀ ਸੁਣਾਤੀ ਫੜ ਕੇ, ਹੈ ਨਾ। ਮੈਨੂੰ ਐਂ ਲੱਗਿਆ ਪੂਰੀ ਕਨਸਰਟ ਵੱਜ, ਸਾਰਾ ਕੁਝ ਹੀ ਵੱਜ ਨਹੀਂ ਗਿਆ। ਹੁਣ ਇਹ ਤਾਂ ਹੋ ਗਏ ਰਾਗ ਔਰ ਸਾਰੇ ਕਲਾਸਿਕਲ ਟਾਈਪ ਦੇ। ਕਦੀ ਐਦਾਂ ਹੋਇਆ ਕਿ ਕੋਈ ਹੋਰ ਟਾਈਪ ਦਾ 뮤직 ਟਰਾਈ ਕੀਤਾ, ਲਾਈਕ ਬਾਲੀਵੁੱਡ ਹੋ ਗਿਆ ਜਾਂ ਪੰਜਾਬ ਪਾਕਿਸਤਾਨ ਇੰਡਸਟਰੀ ਨੂੰ ਕੀ ਕਹਾਂਗੇ, ਲਾਲੀਵੁੱਡ? ਉਹਨਾਂ ਦੇ ਕੋਈ ਗਾਣੇ ਉਸ ਤਰ੍ਹਾਂ ਦੇ ਕਦੀ ਕੋਈ ਕੋਸ਼ਿਸ਼ ਕੀਤੀ? ਜਿਵੇਂ ਸਾਡੀ ਇੱਕ ਫਿਲਮ ਸੀਗੀ ਜੀ ਜੋ ਜੈਕੀ ਸ਼ਰੋਫ ਨੇ ਬੜੇ ਬਾਂਸਰੀ ਵਜਾਈ, ਕੀ ਸੀ ਫਿਲਮ? ਹੀਰੋ। ਤੇ ਇਸ ਤਰ੍ਹਾਂ ਦੇ ਕੋਈ ਪਾਕਿਸਤਾਨ 'ਚ ਇੰਡੀਆ ਦੇ ਵਿੱਚ ਤੁਹਾਨੂੰ ਕੋਈ ਐਸਾ ਗੀਤ, ਕੋਈ ਐਸਾ ਗਾਣਾ, ਭਾਵੇਂ ਓਲਡ ਹੋਵੇ, ਓਲਡ ਟਾਈਮ 'ਚ ਤਾਂ ਬਹੁਤ ਅੱਛੇ ਮਿਊਜ਼ਿਕ ਸਾਡਾ ਇੰਡੀਆ ਦਾ ਬਹੁਤ ਅੱਛੇ ਗਾਣੇ ਸੀ, ਲਤਾ ਜੀ ਦੇ, ਰਫੀ ਜੀ ਦੇ, ਕਿਸ਼ੋਰ ਦਾ ਦੇ। ਤੇ ਇਸ ਤਰ੍ਹਾਂ ਦਾ ਕੋਈ ਤੁਹਾਨੂੰ ਕੋਈ ਗਾਣਾ ਯਾਦ ਹੈ ਜਿਹੜਾ ਕਿ ਤੁਸੀਂ ਕਦੀ ਬਾਂਸਰੀ ਤੇ ਵਜਾਇਆ ਹੋਵੇ? ਹਾਂਜੀ ਬਹੁਤ ਗਾਣੇ, ਕਈ ਹਜ਼ਾਰ ਗਾਣੇ ਵਜਾਏ ਨੇ। ਅਰੇ ਤੇ ਵਾਹ। ਉਹ ਸੋਚ ਕੇ ਛੱਡੇ,
लेकिन मैं ਤਾਂ ਫਿਰ ਵੀ ਉਹਨਾਂ ਨੂੰ ਕੁਝ ਸੁਣਾਉਂਗਾ ਜੀ ਠੀਕ ਹੈ। ਮੈਨੂੰ ਪਲੀਜ਼ ਬਹੁਤ ਪਸੰਦ ਮੈਂ ਚਾਹਨੀ ਹਾਂ ਤਾਂ ਕਿ ਹਰ ਕਿਸਮ ਦੀ ਔਰ- ਆਡੀਅנס ਇੰਜੋਏ ਕਰ ਸਕੇ ਜ਼ਰੂਰੀ ਨਹੀਂ ਕਿ ਹਰ ਬੰਦਾ ਹੀ ਕਲਾਸੀਕਲ ਰਾਗ ਵਗੈਰਾ ਜਾਣਦਾ ਹੈ ਕਈ ਐਸੇ ਵੀ ਨੇ ਜਿਹੜੇ ਮਿਊਜ਼ਿਕ ਲਾਈਟ ਮਿਊਜ਼ਿਕ ਪਸੰਦ ਕਰਦੇ ਹੈ ਪਸੰਦ ਲੇਕਿਨ ਮੈਂ ਲਾਈਕ ਮਿਊਜ਼ਿਕ ਸੁਣਾਉਣਾ ਤੁਹਾਨੂੰ ਜੀ ਲੇਕਿਨ ਜਿਹੜਾ ਕਲਾਸੀਕਲ ਬੁਨਿਆਦੀ ਤੌਰ ਤੇ ਇਹ ਬਣੇ ਨੇ ਕਲਾਸੀਕਲ ਤੁਹਾਨੂੰ ਡਾਕਟਰ ਤੋਂ ਇਲਾਜ ਕਰਾਉਣ ਵਾਸਤੇ ਡਾਕਟਰ ਹੋਣਾ ਜ਼ਰੂਰੀ ਹੈ ਤੁਹਾਨੂੰ ਕਲਾਸੀਕਲ ਮਿਊਜ਼ਿਕ ਸੁਣਨ ਲਈ ਕਲਾਸੀਕਲ ਮਿਊਜ਼ੀਸ਼ੀਅਨ ਹੋਣਾ ਜ਼ਰੂਰੀ ਹੈ ਹੋਣਾ ਜ਼ਰੂਰੀ ਨਹੀਂ ਇਹ ਕਲਾਸੀਕਲ ਮਿਊਜ਼ਿਕ ਅਗਰ ਆਮ ਬੰਦੇ ਨੂੰ ਟੱਚ ਕਰੇ ਤੇ ਉਹ ਹੀ ਕਲਾਸੀਕਲ ਮਿਊਜ਼ਿਕ ਹੈ ਅਗਰ ਬਹੁਤ ਲੱਗੇ ਕਿ ਅੱਛਾ ਇਹ ਦੂਸਰੀ ਤੋਂ ਫਿਰ ਹੋਏਗਾ ਕਿਉਂਕਿ ਕਲਾਸੀਕਲ ਜਿਹਨੇ ਤੁਸੀਂ ਮੈਚ ਦੇਖ ਲਓ ਕੋਈ ਵੀ ਗਾਣਾ ਤੇ ਕੋਈ ਵੀ ਸ਼ਿੰਗਾ ਦੇਖ ਲਓ ਇੰਗਲਿਸ਼ ਗਾਣਾ ਦੇਖ ਲਓ ਉਹ ਸਾਰੇ ਜਿਹੜੇ ਉਹ ਕਲਾਸੀਕਲ ਤਰੀਕੇ ਨੇ ਸਾਰੇ ਟ੍ਰੈਡੀਸ਼ਨਲ ਬੈਠੀਆਂ ਨੇ ਨਾ ਰੂਲਸ ਉਹ ਬਣੇ ਉਹਦੇ ਨਾਲ ਹੀ ਸਿੱਖਿਆ ਜਾਂਦਾ ਕਲਾਸੀਕਲ ਮਿਊਜ਼ਿਕ ਬੁਨਿਆਦੀ ਤੌਰ ਤੇ ਸਿੱਖਣ ਵਾਸਤੇ तो ये आसान है बजाय मुश्किल ਅਰੇ ਵਾਹ। ਅਸੀਂ ਇਸ ਬਾਤ ਨੂੰ ਅੱਛਾ ਮੈਂ ਤੁਹਾਨੂੰ ਮਾਈਕ੍ਰੋਫੋਨ ਚੇਂਜ ਕਰਨਾ ਤਾਂ ਕਰ ਲਵੋ ਆਕਾਸ਼ ਨੂੰ ਆਕਾਸ਼ ਦਾ ਫੜਾ अच्छा जी मेरी आवाज सुन आ रही है ਹਾਂਜੀ ਹਾਂਜੀ ਹੁਣ ਆ ਰਹੀ ਹੈ ਲੇਕਿਨ ਇਹ ਵੈਸੇ ਕਦੀ ਆਂਦੀ ਤੇ ਜਾਂਦੀ ਕਿਉਂ ਹੈ ਹਾਲਾਂਕਿ ਜਿਹੜੇ ਮਾਈਕ ਦੇ ਪਿੱਛੇ ਬੈਠੇ ਨੇ ਉਹਨਾਂ ਦੀ ਆਵਾਜ਼ ਕਲੀਅਰ ਸੁਣਾਈ ਦੇ ਰਹੀ ਹੈ ਕਿਵੇਂ ਹਾਂ ਹੈਨਾ ਉਹ ਤੇ ਖੰਗ ਰਹੇ ਨੇ ਉਹ ਵੀ ਸੁਣਾਈ ਦੇ ਰਹੀ ਹੈ अच्छा अच्छा ਹਾਂ ते मैं ਹੁਣ ਠੀਕ ਹੈ एक माइक और चेंज करना है ਨਹੀਂ ਹੁਣ ਨਹੀਂ ਨਹੀਂ ਆ ਰਹੀ ਹੈ ਨਹੀਂ ਸਰ, ਆ ਆ ਰਹੀ ਰਹੀ ਹੈ ਆ ਰਹੀ ਠੀਕ ਹੈ ਸੀ ਤੂੰ ਤਾਂ ਬਿਲਕੁਲ ਲੱਗਿਆ ਆਂਦਾ ਵਾਹ मैं मेरे फेवरेट है जी पपी लहरी ਬੱਬੀ ਲਹਿਰੀ बहुत ही हाँ जी और ਉਹਨਾਂ ਦੀ ਰੌਣਕ ਉਹਨਾਂ ਦਾ ਸੋਨਾ ਜ਼ੇਵਰ ਉਹਨਾਂ ਦਾ ਮੈਨੂੰ ਵੀ ਪਸੰਦ ਹੈ ਸਾਰਾ ਬਿਲਕੁਲ ਸਹੀ ਗੱਲ ਮੈਂ ਉਹਨਾਂ ਦਾ ਠੀਕ ਹੈ ਬੱਪੀ ਦਾ ਵੀ ਲਵ ਯੂ ਹਾਂ ਸੋਨੇ ਦੀ ਦੁਕਾਨ ਨੇ ਪੱਪੀ ਦਾ
हाँ, क्या बात है। एक वाह दो जी, मिनट का मैं बहुत चीज करने आ जाए जी जरूर। ठीक है। ਤੇ ਅੱਛਾ ਤਬਲੇ ਦੀ ਥੋੜੀ ਜਿਹੀ ਆਵਾਜ਼ ਘਟਾ ਦਿਓ ਕਿਉਂਕਿ ਹੁਣ ਆਪਾਂ ਜਦੋਂ ਮਾਈਕ੍ਰੋਫੋਨ ਜਦੋਂ ਤੁਸੀਂ ਗੱਲ ਕਰ ਰਹੇ ਸੀ ਉਦੋਂ ਵਧਾਈ ਸੀ ਨਾ ਉਹਦੀ ਆਵਾਜ਼ ਥੋੜੀ ਜਿਹੀ ਘਟਾਓ ਤਾਂ ਕਿ ਬਾਂਸੁਰੀ ਦੀ ਆਵਾਜ਼ ਜ਼ਿਆਦਾ ਆਵੇ ਲਿਟਲ ਬਿਟ। तो ये जो ज्योति ने भी एक गजल है जी, फूलों में रंग भरे बातें हो ਆਹਾ ਹਾ हाँ ਕੀ ਬਾਤ ਹੈ ਸਰ। ऐसी गजल है, मैं थोड़ी सी पेश करना चाहूंगा। ठीक है जी। ਆਹਾ
वाह वाह क्या बात अच्छा। क्या बात है। और ये और इन्नी आइकॉनिक गज़ल है ਗਲੋਂ ਮੇ ਰੰਗ ਭਰੇ, ਕਿਉਂਕਿ ਇਹਦੇ ਇੱਕ ਇੱਕ ਸੁਰ ਸਾਡੇ ਦਿਮਾਗ ਦੇ ਵਿੱਚ ਅੜੇ ਹੋਏ ਆ ਕਿ ਕਿੱਥੇ ਕਿੱਥੇ ਕਿਵੇਂ ਕਿਵੇਂ ਉਸਤਾਦ ਜੀ ਨੇ ਗਾਇਆ, ਮਹਿੰਦੀ ਹਸਨ ਖਾਨ ਸਾਹਿਬ ਵਾਹ ਨੇ। ਔਰ ਕਿਆ ਖੂਬਸੂਰਤ ਸਰ, ਬਾਂਸੁਰੀ ਦੇ ਵਿੱਚ ਵੀ ਬਹੁਤ खूबसूरत, मैं पहली बार बांसुरी ਦੇ ਵਿੱਚ गज़ल सुनी। और आकाश अगेन ये आपके लिए, तुम बिल्कुल तंग नहीं करते हो उस्ताद जी को, जहाँ उनको जो जो चाहिए, आपका आंखों का इशारा जो है ਉਹ ਮੇਰੇ ਖਿਆਲ ਨਾਲ ਮੀਆਂ ਬੀਬੀ ਵੀ ਨਹੀਂ ਇੱਕ ਦੂਜੇ ਦਾ ਸਮਝਦੇ ਹੋਣੇ ਜਿਹੜਾ ਤੁਸੀਂ ਆਪਸ 'ਚ ਇੱਕ ਦੂਜੇ ਦਾ ਸਮਝਦੇ ਹੋ। ਇਹ ਕੰਪਲੀਮੈਂਟ ਹੈ। ਇਹ ਮਤਲਬ ਟੀਮ ਵਰਕ ਹੈ ਇੱਕ जी टीम वर्क बिल्कुल बहुत ਇਹਦੀ ਸਾਦਤ ਬਣ ਗਈ ਹੈ। ਇਹ ਇੰਨਾ ਅੱਛਾ ਬਦਲਾ ਹੋ ਜਾਂਦਾ ਹੈ ਕਿ ਇਹ ਤੰਗ ਵੀ ਨਹੀਂ ਕਰਦਾ, ਥੋੜਾ ਥੋੜਾ ਕਰਦਾ, ਜ਼ਿਆਦਾ ਨਹੀਂ। ਜਿਆਦਾ ਚੰਬਲ ਜਾਂਦਾ, ਫਿਰ ਉਹਨੂੰ ਵਾਪਸ ਉਸਤਾਦ ਜੀ ਦੇਖਦੇ ਆ ਕਿ ਬਸ। ਤੇ ਮੈਂ ਹੁਣੇ ਜ਼ਰੂਰ ਚਾਹਾਂਗੀ ਉਸਤਾਦ ਜੀ ਪਹਿਲਾਂ ਇਹ ਤੇ ਉਸਤਾਦ ਜੀ ਇਹ ਤੇ ਠੀਕ ਹੈ ਹਲੇ, ਕਈ ਐਸੇ ਤਬਲੇ ਵਾਲੇ ਮੈਂ ਸੁਣੇ ਨਾ ਗਾਣ ਹੀ ਨਹੀਂ ਦਿੰਦੇ। ਉਹ ਵੀ ਕਦੀ ਕਦਾਰ ਮਜ਼ਾ ਆਉਂਦਾ ਕਦੀ ਕਦਾਰ, ਕਿਉਂਕਿ ਅਸੀਂ ਵੀ ਕੁਝ ਕਈ ਵਾਰੀ ਲੀਕ ਤੋਂ ਹਟ ਕੇ ਕੋਈ ਚੀਜ਼ ਦੇਖਣਾ ਪਸੰਦ ਕਰਦੇ ਹਾਂ, ਸੁਣਨਾ ਪਸੰਦ ਕਰਦੇ ਹਾਂ। ਸੋ ਉਹ ਵੀ ਇੱਕ ਅਲੱਗ ਮਜ਼ਾ ਆਉਂਦਾ। ਉਹ ਵੀ ਇੱਕ ਇਹਨਾਂ ਐਕਚੁਅਲੀ ਉਹ ਇਹਨਾਂ ਦੇ ਸਟੂਡੀਓ ਦੇ ਵਿੱਚ ਹੀ ਹੋਇਆ ਕਾਰਾਮਾਤ। ਸਾਡੇ ਮੈਂ ਜਿਸੇ ਕਹਿਣਾ ਚਾਹਤੇ ਤੁਸੀਂ ਕਹੋ। ਜੀ ਬਿਲਕੁਲ। ਮੈਂ ਇਸ਼ਾਰਾ ਹੀ ਦਿੱਤਾ ਸੀਗਾ। ਹਾਂ ਲੇਕਿਨ ਦੇਖੋ ਤਿਆਰੀ ਬਹੁਤ ਹੈ, ਲੇਕਿਨ ਅਸਲ 'ਚ ਜਦੋਂ ਤੁਸੀਂ ਟੀਮ ਨਾਲ ਬਹਿੰਦੇ ਹੋ ਨਾ, ਫਿਰ ਉੱਥੇ ਸੰਗਤ ਹੈ, ਉੱਥੇ ਸੰਗਤ ਹੈ। ਇਹ ਬੜੇ ਵੱਡੇ ਉਸਤਾਦਾਂ ਨੇ ਵੀ ਕਿਹਾ ਹੈ, ਤਾਰਿਕ ਖਾਨ ਸਾਹਿਬ ਵੀ ਇਹੀ ਹਮੇਸ਼ਾ ਕਹਿੰਦੇ ਨੇ ਕਿ ਤਬਲੇ ਵਾਲਾ ਹੀ ਉਹ ਹੈ ਜਿਹੜਾ ਕਿਸੇ ਨੂੰ ਤੰਗ ਹੀ ਨਾ ਕਰੇ। ਜੀ ਤੇ ਤਬਲੇ ਦੀ ਤਾਰੀਫ ਕਿ ਉਹਦੇ ਨਾਲ ਬੱਚਾ ਵੀ ਬਹਿੰਦਾ ਤੇ ਗਾ ਲੈਂਦਾ, ਇਹ ਕੰਪਲੀਮੈਂਟ ਕਰਦੇ, ਨਾ ਕਿ ਇਹ ਹੋਵੇ ਵੀ ਫਲਾਣਾ ਤਬਲੀਆ ਤੇ ਗਾਣ ਹੀ ਨਹੀਂ ਦਿੰਦਾ। ਇਹ ਕੋਈ ਬਹੁਤ ਵਧੀਆ ਬਿਲਕੁਲ। ਤੇ ਹਾਨਿਫ ਜੀ, ਮੈਂ ਹੁਣ ਇਹ ਜ਼ਰੂਰ ਚਾਹਾਂਗੀ ਕਿ ਜਾਂਦੇ ਜਾਂਦੇ ਸਾਡੇ ਆਡੀਅנס ਨੂੰ ਤੁਸੀਂ ਕੁਝ ਆਪਣਾ, ਤੁਹਾਡੀ ਕੋਈ ਆਪਣੀ ਕੋਈ ਕੰਪੋਜੀਸ਼ਨਸ ਤੁਸੀਂ ਬਣਾਈਆਂ ਨੇ, ਕੋਈ ਐਸਾ ਕੁਝ ਹੈ? ਜੀ ਇਹ ਜਿਹੜੀ ਧਮਾਕ ਦੀ ਕੰਪੋਜੀਸ਼ਨ ਰਾਗ ਹੈ ਇਹਨਾਂ ਦੀ ਕੰਪੋਜੀਸ਼ਨ ਤੇ ਮੈਂ ਤੁਹਾਨੂੰ ਇੱਕ ਕੰਪੋਜੀਸ਼ਨ ਸੁਣਾਉਣਾ, ਕਾਫੀ ਜ਼ਿਆਦਾ, ਲੇਕਿਨ ਤੁਸੀਂ ਲਾਈਵ ਤੱਕ ਗਿਆ ਤੇ ਮੇਰੇ ਦਿਮਾਗ 'ਚ ਸਾਰਾ ਕਲਾਸਿਕਲ ਨਹੀਂ ਕਲਾਸਿਕਲ ਨਹੀਂ ਸਰ, ਜੋ ਤੁਹਾਡਾ ਦਿਲ ਕਰੇ। ਕਿਉਂਕਿ ਮੈਂ ਜੀ ਤੁਹਾਨੂੰ ਸੁਬਹ ਦੇ ਰਾਤ ਦੀ ਛੋਟੀ ਜਿਹੀ ਕੰਪੋਜੀਸ਼ਨ ਸੁਣਾਉਣਾ ਜੀ ਪਲੀਜ਼, ਰਾਗ ਨਾਲ। ਔਰ ਜੋ ਦਿਲ ਕਰੇ ਤੁਹਾਡਾ, ਮਤਲਬ ਐਦਾਂ ਨਹੀਂ ਕਿ ਜੋ ਮੈਂ ਕਹਿ ਰਹੀ ਹਾਂ, ਮੈਨੂੰ ਇਹ ਸੀਗਾ ਕਿ ਵੈਰਾਈਟੀ ਸੁਣੀਏ ਬੇਸਿਕਲੀ, ਤੇ ਇਸ ਕਰਕੇ ਕਿਹਾ ਸੀ ਲਾਈਟ ਮਿਊਜ਼ਿਕ, ਤੇ ਜੋ ਦਿਲ ਕਰਦਾ ਤੁਹਾਡਾ।
ਆਹ, ਆਹ। ਆਹ, वाह, क्या बात। हाँ हाँ हाँ। हाँ, क्या बात। वाह। आह, क्या बात है। वाह जी बहुत वाह। खूबसूरत। ਬਹੁਤ ਬਹੁਤ ਥੈਂਕ ਯੂ ਜਿਹਨੂੰ ਕਹੀਦਾ ਖਾਨ ਸਾਹਿਬ। और बांसुरी दी बबरेटो, क्या बात। आवाज़ इतना है क्या, बांसुरी दी बबरेटो, क्या बात है। ਸਾਨੂੰ ਲੱਗਦਾ ਕਈ ਵਾਰੀ ਕਿ ਅਸੀਂ ਵੀ ਇੰਨੇ ਸਾਰੇ ਇਨਸਟਰੂਮੈਂਟ ਸੁਣਦੇ ਆ ਨਾ ਜਦੋਂ, ਤੇ ਦਿਲ ਕਰਦਾ ਕਿ ਸਿੱਖੀਏ।
ਹੋਰ ਸਿੱਖੀਏ। ਲੇਕਿਨ ਹਰ ਚੀਜ਼ ਸਿੱਖੀ ਨਹੀਂ ਜਾ ਸਕਦੀ, ਬਹੁਤ ਮੁਸ਼ਕਿਲ ਹੈ ਕਿ ਤਬਲਾ ਵੀ ਸਿੱਖ ਲਓ, ਆਵਾਜ਼ਾਂ ਵੀ ਸਿੱਖ ਲਓ, ਅਸੀਂ ਹੁਣ ਸੁਣਨਾ ਸਿੱਖ ਲਿਆ ਕਿ ਸੁਣੀ ਦਾ ਕਿਵੇਂ। ਸੁਣਨਾ ਕਿੱਦਾਂ। वाह, क्या हुआ। देखो जी, ਜਿਹੜਾ ਇੱਕ ਆਰਟਿਸਟ 60 ਸਾਲ ਜਾਂ 70 ਸਾਲ ਜਾਂ 80 ਸਾਲ ਮਿਹਨਤ ਕਰਦਾ ਹੈ, ਉਹ ਖਾਸ ਸੁਣਨ ਵਾਲਿਆਂ ਵਾਸਤੇ ਕਰਦਾ ਅਰੇ ਵਾਹ। ਵਾਹ। ਹੈ। ਉਹ ਕਰਨ ਵਾਲਿਆਂ ਵਾਸਤੇ ਨਹੀਂ ਕਰ ਰਹੇ, ਉਹ ਤੇ ਸਾਰੇ ਕਰ ਰਹੇ, ਬਟ ਉਹ ਸੁਣਵਈਏ ਨਹੀਂ ਕਰ ਰਹੇ। ਲਿਆਦਾ ਜਿਹੜਾ ਸਿਰਫ ਸੁਣਵਈਆ ਹੈ, ਤੁਸੀਂ ਤਾਂ ਮੈਨੂੰ ਪਤਾ ਹੈ ਤੁਸੀਂ ਤਾਂ ਮਿਊਜ਼ਿਕ ਦੇ ਬੰਦੇ ਹੋ, music ਤੋਂ ਠੀਕ ਹੈ, ਲੇਕਿਨ ਜਿਹੜਾ ਸਿਰਫ ਸੁਣਨ ਵਾਲਾ ਉਹ ਬਹੁਤ ਅਹਿਮ ਹੈ ਆਰਟਿਸਟ ਦਾ, ਕਿਉਂਕਿ ਉਸ ਨੂੰ 60 70 ਸਾਲ ਦੀ ਮਿਹਨਤ ਹੀ ਉਸ ਬੰਦੇ ਵਾਸਤੇ। तो ਬਿਲਕੁਲ मेरे लिए तो ਤੁਸੀਂ बहुत अगर सिर्फ सुनने वाले ਮੈਨੂੰ ਪਤਾ ਸਿੱਖਰ ਸਰ, ਮੈਂ ਇੱਕ ਵਾਰੀ ਚਾਹਾਂਗੀ ਹੁਣ ਇੱਕ ਵਾਰੀ ਮਾਈਕ੍ਰੋਫੋਨ ਫਿਰ ਚੇਂਜ ਕੀਤਾ ਜਾਵੇ, ਕਿਉਂਕਿ ਹੁਣ ਮੈਂ ਤੁਹਾਨੂੰ ਜਾਂਦੇ ਜਾਂਦੇ ਤੁਹਾਡਾ ਇੱਕ ਦੋ ਗੱਲਾਂ ਮਾਰਨੀਆਂ ਨੇ। ਆਕਾਸ਼ ਪਲੀਜ਼ ਦੇ ਦਿਓ ਮਾਈਕ੍ਰੋਫੋਨ। ਠੀਕ ਹੈ। ਤੇ ਮੈਂ ਇੱਕ ਤਾਂ ਇਹ ਦੱਸਣਾ ਚਾਹਾਂਗੀ ਕਿ ਇਹ ਜਿੰਨੀ ਖੂਬਸੂਰਤ ਬਾਂਸਰੀ ਵਜਾਉਂਦੇ ਆ, ਉਨੇ ਖੂਬਸੂਰਤ ਦਿਲ ਦੇ ਵੀ ਨੇ। ਇਹਨਾਂ ਦੇ ਸਟੂਡੀਓ ਦੇ ਵਿੱਚ ਬਹੁਤ ਸਾਰੇ ਐਸੇ ਆਰਟਿਸਟ ਆਉਂਦੇ ਨੇ ਜਿਨ੍ਹਾਂ ਨੂੰ ਇਹ ਆਪਣਾ ਸਟੂਡੀਓ ਯੂਜ਼ ਕਰਨ ਨੂੰ ਦਿੰਦੇ ਆ, ਔਰ ਇੱਕ ਆਰਟਿਸਟ ਖੁਦ ਆਰਟਿਸਟ ਹੋ ਕੇ ਦੂਸਰੇ ਆਰਟਿਸਟ ਨੂੰ ਸਪੋਰਟ ਕਰਦੇ ਆ, ਪ੍ਰਮੋਟ ਕਰਦੇ ਆ, ਤੇ ਇਹਦੇ ਵਾਸਤੇ ਸਭ ਤੋਂ ਪਹਿਲਾਂ ਤਾਲੀਆਂ। ਕਿਉਂਕਿ ਇਹ ਇੱਕ ਰੀਜ਼ਨ ਹੈ ਨਾ, ਬਿਕੋਜ਼ ਹੀ ਇਜ਼ ਅ ਟੀਚਰ। ਇਹ ਹਰ ਬੰਦੇ 'ਚ ਕੁਆਲਿਟੀ ਔਰ ਨਹੀਂ ਜਿਹੜਾ ਹੈ। ਟੀਚਰ ਅਸਲ ਮਾਇਨੇ 'ਚ ਉਹਦਾ ਕੰਮ ਦੇਣਾ ਹੀ ਹੈ, ਚਾਹੇ ਵਿਦਿਆ ਦੇਣੀ ਹੈ, ਚਾਹੇ ਸੀਖ ਦੇਣੀ ਹੈ, ਚਾਹੇ ਅੱਜ ਤੁਸੀਂ ਮੈਨੂੰ 2-3 ਗੱਲਾਂ ਤੁਸੀਂ ਮੈਨੂੰ ਸਿਖਾਈਆਂ ਨੇ ਅੱਜ, ਜਿਹੜੀ ਮੈਂ ਅੱਜ ਤੁਹਾਡੇ ਤੋਂ ਸਿੱਖਿਆ ਕਿ ਰਾਈਟ ਵਾਲਾ ਕੰਨ ਕੀ ਕਰਦਾ ਔਰ ਲੈਫਟ ਵਾਲਾ ਕੰਨ ਕੀ ਕਰਦਾ ਹੈ ਨਾ। ਤੇ ਇੰਝ ਹੀ ਲਰਨਿੰਗ ਹੈ। ਔਰ ਵਾਕਈ ਜਿਵੇਂ ਤੁਹਾਡੀ ਗੱਲਬਾਤ 'ਚ ਹੱਸੀ ਹੈ, ਖੁਸ਼ੀ ਹੈ, ਉਹ ਤੁਹਾਡੇ ਸੰਗੀਤ 'ਚ ਨਜ਼ਰ ਆ ਰਿਹਾ। ਔਰ ਤੁਹਾਡੇ ਆਉਣ ਵਾਲੇ ਸਟੂਡੈਂਟਸ ਬਹੁਤ ਲੱਕੀ ਹੋਣਗੇ ਸਰ, ਜਿਨ੍ਹਾਂ ਨੂੰ ਤੁਹਾਡੇ ਵਰਗਾ ਟੀਚਰ ਮਿਲੇ। ਔਰ ਮੈਂ ਜ਼ਰੂਰ ਚਾਹਾਂਗੀ ਅਗਰ ਕੋਈ ਇੰਸਟਰੂਮੈਂਟ ਸਿੱਖਣਾ ਚਾਹੁੰਦਾ ਹੈ ਔਰ ਬਾਂਸੁਰੀ ਸਿੱਖਣਾ ਚਾਹੁੰਦਾ ਤੇ ਡੈਫੀਨਿਟਲੀ ਡੂ ਕੰਟੈਕਟ ਹਾਨਿਫ ਜੀ, ਕਿਉਂਕਿ ਇਹਨਾਂ ਨੂੰ ਫੇਸਬੁੱਕ ਤੇ ਵੀ ਲੱਭ ਸਕਦੇ ਹੋ, ਔਰ ਜਾਂ ਫਿਰ ਅਗਰ ਤੁਹਾਨੂੰ ਨੰਬਰ ਚਾਹੀਦਾ ਹੈ ਅਸੀਂ ਵੀ ਪ੍ਰੋਵਾਈਡ ਕਰ ਦਿਆਂਗੇ। ਤੇ ਵੈਸੇ ਤੁਸੀਂ ਵੈਸੇ ਮੇਰੇ YouTube ਦੇ ਟਿਊਟੋਰੀਅਲ ਪਏ ਨੇ ਬਾਂਸਰੀ ਸਿਖਾਉਣ ਦੇ। ਅਰੇ ਵਾਹ। ਅਲ ਮਿਊਜ਼ਿਕ ਸੁਸਾਇਟੀ ਦੇ ਨਾਮ ਤੋਂ ਪੇਜ ਹੈ, ਜਿੱਥੋਂ ਅਸੀਂ ਪ੍ਰੋਗਰਾਮ ਵੀ ਲੋਕਾਂ ਨੂੰ ਕਰਦੇ ਹਾਂ, ਤੇ ਉਹਦੇ ਤੇ ਮੇਰੇ 40 ਦੇ ਟਿਊਟੋਰੀਅਲ ਬੇਸਿਕ ਤੋਂ ਲੈ ਕੇ ਸਿਖਾਉਂਦੇ। ਨਹੀਂ, ਸਾਡਾ ਗੋਲ ਇਹ ਹੈ ਕਹਿਣਾ ਕਿ ਟਿਊਟੋਰੀਅਲ ਜਿੰਨੇ ਮਰਜ਼ੀ ਵੇਖ ਲਓ, ਜਦ ਤੱਕ ਉਸਤਾਦ ਨਾਲ ਗੱਲ ਨਹੀਂ ਕਰੋਗੇ, ਉਸਤਾਦ ਸੀਨਾ ਨਾਲ ਬਸੀਨਾ, ਜਦ ਤੱਕ ਉਹਨਾਂ ਦੀ ਪਰਮਿਸ਼ਨ ਨਹੀਂ ਲਓਗੇ, ਤਦ ਤੱਕ ਨਹੀਂ ਆਣਾ, ਵਿਦਿਆ ਨਹੀਂ ਆਣੀ। ਹਾਂ ਵੀ ਸਿੱਖੋ ਉਸਤਾਦ ਜੀ तो कह रहा हूँ कि मैं उस शागिर्द को सामने वास्ते कि वो देख के ਬਿਲਕੁਲ। ਤੇ ਅਸੀਂ ਜਾਂਦੇ ਜਾਂਦੇ ਹੁਣੇ ਜ਼ਰੂਰ ਕਵਾਂਗੇ ਇੱਕ ਵਾਰੀ ਫੇਰ ਤਹਿ ਦਿਲੋਂ ਤੁਹਾਡੇ ਦੋਨਾਂ ਦਾ ਬਹੁਤ ਬਹੁਤ ਸ਼ੁਕਰੀਆ, ਕਿਉਂਕਿ ਇੰਨਾ ਕੁ ਸੂਦਿੰਗ ਇੰਸਟਰੂਮੈਂਟ ਹੈ ਇਹ, ਇੰਨਾ ਕੁ ਸੂਦਿੰਗ ਇੰਸਟਰੂਮੈਂਟ ਹੈ ਕਿ ਤੁਸੀਂ ਸਾਰੀ ਦਿਨ ਦੀ ਥਕਾਵਟ ਦੂਰ ਹੋ ਜਾਂਦੀ ਹੈ ਇਹਨੂੰ ਸੁਣਦੇ ਆ ਜਦੋਂ। ਬਹੁਤ ਸਕੂਨ ਵਾਲਾ ਇੰਸਟਰੂਮੈਂਟ ਹੈ। ਔਰ ਥੈਂਕ ਯੂ ਵਨਸ ਅਗੇਨ, ਸਾਨੂੰ ਤੇ ਤੁਸੀਂ ਐਂਟਰਟੇਨ ਕੀਤਾ, ਜਿਹੜੀ ਸਾਡੀ ਆਡੀਅנס ਹੈ ਉਹਨਾਂ ਨੂੰ ਵੀ ਐਂਟਰਟੇਨ ਕੀਤਾ। ਜਿਹੜੇ ਲੋਕ ਵੀ ਜੁੜੇ ਸਾਡੇ ਨਾਲ, ਜਿਨ੍ਹਾਂ ਲੋਕਾਂ ਨੇ ਵੀ ਕਮੈਂਟਸ ਕੀਤੇ, ਲਾਈਕ ਕੀਤਾ, ਉਸ ਸਭ ਵਾਸਤੇ ਬਹੁਤ ਸ਼ੁਕਰੀਆ। ਔਰ ਮਾਈ ਦਾ ਖਾਸ ਤੌਰ ਤੇ ਨਾਂ ਹੀ ਐਸਾ ਹੈ ਕਿ ਜਿਹੜਾ ਬੰਦਾ ਨਾਂ ਲਵੇ ਉਹਨੂੰ ਲੱਗੇ ਉਹਦਾ ਹੀ। ਮੇਰਾ ਜੀ ਵੀ ਬਿਲਕੁਲ। ਔਰ ਤੁਹਾਡਾ ਬਹੁਤ ਸ਼ੁਕਰੀਆ। ਥੈਂਕ ਯੂ। ਔਰ ਤੁਹਾਡੀ ਟੀਮ ਦਾ ਵੀ ਸਾਰਿਆਂ ਦਾ ਸ਼ੁਕਰੀਆ, ਕੈਮਰਾ ਦੇ ਬਿਹਾਈਂਡ ਜੋ ਸਾਨੂੰ ਹੈਲਪ ਕਰ ਰਹੇ ਨੇ ਉਹਨਾਂ ਦਾ ਵੀ ਬਹੁਤ ਬਹੁਤ ਸ਼ੁਕਰੀਆ, ਬੱਚੇ ਜਿਹੜੇ ਰੋਲਾ ਨਹੀਂ ਪਾ ਰਹੇ ਉਹਨਾਂ ਦਾ ਵੀ ਸ਼ੁਕਰੀਆ। ਸੋ ਲੋ ਜੀ, ਮੋਨੀ ਗਿੱਲ ਵੱਲੋਂ ਔਰ ਕੁਲਦੀਪ ਵੱਲੋਂ ਵਨਸ ਅਗੇਨ ਹੱਥ ਜੋੜ ਕੇ ਥੈਂਕ ਯੂ ਸੋ ਮਚ। ਬਹੁਤ ਬਹੁਤ ਔਰ ਬਹੁਤ ਅੱਛਾ ਲੱਗਿਆ ਤੁਸੀਂ ਮਾਈ ਟੀਵੀ ਦੇ ਨਾਲ ਜੁੜੇ। ਬਹੁਤ ਘੱਟ ਉਹ ਕਹਿਣਾ, ਨਾਈਸ ਮੀਟਿੰਗ ਮੇਰੇ ਵੱਲੋਂ, ਬਹੁਤ ਖੁਸ਼ੀ ਹੋਈ ਮੈਨੂੰ ਤੁਹਾਨੂੰ ਮਿਲ ਕੇ। ਥੈਂਕ ਯੂ। ਓਕੇ ਜੀ, ਰੱਬ ਰਾਖਾ। ਓਕੇ ਆਕਾਸ਼ ਜੀ, ਸਤਿ ਸ਼੍ਰੀ ਅਕਾਲ। ਲੋ ਜੀ, ਕੀ ਕਰੀਏ, ਦਿਲ ਤੇ ਨਹੀਂ ਕਰਦਾ ਅਲਵਿਦਾ ਲੈਣ ਦਾ, ਪਰ ਬਾਕੀ ਇਹਨਾਂ ਨੇ ਨਾ ਅੱਜ ਕੁਝ ਚੀਜ਼ਾਂ ਸਿਖਾਈਆਂ ਨੇ ਕਿ ਹਿੰਦੁਸਤਾਨ ਕਲਾਸੀਕਲ ਇੰਸਟਰੂਮੈਂਟ ਕਿ ਬਹੁਤ ਮੈਂ ਬਹੁਤ ਘੱਟ ਇਹ ਗੱਲਾਂ, ਟੀਚਰ ਹੈ ਨਾ, ਇਹ ਟੀਚਰ ਹੀ ਸਿਖਾ ਸਕਦਾ, ਹੋਰ ਕੋਈ ਨਹੀਂ ਸਿਖਾ ਸਕਦਾ। ਸੋ ਅੱਜ ਦਾ ਪ੍ਰੋਗਰਾਮ ਬਹੁਤ ਵਧੀਆ ਸੀਗਾ। ਬਾਹਰ ਸਨੋ ਪੈ ਗਈ ਹੈ, ਬਾਂਸਰੀ ਅਸੀਂ ਸੁਣ ਲਈ, ਹੁਣ ਬਾਹਰ ਜਾ ਕੇ ਸਨੋ ਸਾਫ਼ ਕਰਨੀ ਪੈਣੀ ਸਾਨੂੰ। ਤੇ ਹੁਣ ਮਿਸਟਰ ਗਿੱਲ ਦੇ ਹੱਥਾਂ ਦੀ ਸਫਾਈ ਵੇਖਾਂਗੇ ਅੱਜ। ਔਰ ਲੇਕਿਨ ਹੁਣ ਜਾਣ ਤੋਂ ਪਹਿਲਾਂ ਇੱਕ ਹੋਰ ਗੱਲ ਦੱਸ ਦੇਵਾਂ ਕਿ ਹੁਣ ਬੜੀ ਸਾਰੀ ਡਿਮਾਂਡ, ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਹਰ ਕਿਸਮ ਦਾ ਟੈਲੈਂਟ ਲੈ ਕੇ ਆਈਏ।
ਭਾਵੇਂ ਉਹ ਫੋਕ ਹੋਵੇ, ਟ੍ਰੈਡੀਸ਼ਨਲ ਹੋਵੇ। ਅਸੀਂ ਰਮਜ਼ਾਨ ਦੇ ਵਿੱਚ ਕਵਾਲੀਆਂ ਵੀ ਕੀਤੀਆਂ ਔਰ ਗੁਰਬਾਣੀ ਵੀ ਕਰ ਰਹੇ ਕੀਤੀ, ਗੁਰਬਾਣੀ ਦਾ ਵੀ ਵਿੱਚ ਲੈ ਕੇ ਆਏ ਅਸੀਂ। ਅਤੇ ਇੰਸਟਰੂਮੈਂਟ ਵੀ ਅਸੀਂ ਸ਼ੁਰੂ ਕੀਤੇ ਨੇ ਕਿ ਬੜਾ ਰਿਸਕੀ ਲੱਗਦਾ ਕਈ ਵਾਰੀ ਕਿ ਪਤਾ ਨਹੀਂ ਪਸੰਦ ਆਏਗਾ ਕਿ ਨਹੀਂ ਆਏਗਾ, ਸਾਡੀ ਆਡੀਅנס ਪਸੰਦ ਕਰੇਗੀ ਕਿ ਨਹੀਂ ਕਰੇਗੀ। ਸਾਡੀ ਤਰਫੋਂ ਪੂਰੀ ਕੋਸ਼ਿਸ਼ ਹੈ ਕਿ ਅਸੀਂ ਮਿਊਜ਼ਿਕ ਦੇ ਹਰ ਰੰਗ ਤੁਹਾਡੇ ਸਾਹਮਣੇ ਪੇਸ਼ ਕਰੀਏ। ਹਰ ਰੰਗ, ਹਰ ਰੂਪ ਤੇ ਜਿਹੜਾ ਹੁਣ ਨੈਕਸਟ ਫਨਕਾਰ ਸਾਨੂੰ ਜੁਆਇਨ ਕਰਨਗੇ ਮਾਈ ਟੀਵੀ ਤੇ, ਉਹ ਟੋਟਲੀ ਡਿਫਰੈਂਟ ਹੈ। ਲੇਕਿਨ ਆਈ ਗਾਰੰਟੀ ਯੂ ਹਰ ਇੱਕ ਘਰ 'ਚ ਹਰ ਇੱਕ ਸ਼ਗਨ, ਜੇ ਤੁਸੀਂ ਦੇਸੀ ਹੋ ਤੇ ਤੁਸੀਂ ਉਹ ਡੈਫੀਨੇਟਲੀ ਕਰਦੇ ਹੋ ਕਿ ਟ੍ਰੈਡੀਸ਼ਨਲ ਸੌਂਗਸ, ਵਿਆਹ ਦੇ ਸੌਂਗਸ। ਸੋ ਅਸੀਂ ਨੈਕਸਟ ਜਿਹੜਾ ਪ੍ਰੋਗਰਾਮ ਕਰ ਰਹੇ ਹਾਂ ਵੈਡਿੰਗ ਸੀਜ਼ਨ ਸਪੈਸ਼ਲ, ਅਤੇ ਕਿਉਂਕਿ ਉਹਦੀ ਬੜੀ ਫਰਮਾਇਸ਼ ਸੀ। ਮੇਰੇ ਆਪਣੇ ਘਰ ਦੇ ਵਿੱਚ ਹੀ ਸਾਡੇ ਮੇਰੀ ਭੈਣ ਦੇ ਬੇਟੇ ਦੀ ਮੰਗਣੀ 25 ਤਰੀਕ ਨੂੰ ਹੈ, ਅਤੇ ਆਲਰੇਡੀ ਸੈਲੀਬ੍ਰੇਸ਼ਨ ਸ਼ੁਰੂ ਹੋ ਗਈਆਂ ਨੇ ਵੈਡਿੰਗ ਦੀ। ਅਤੇ ਮੇਰੇ ਦਿਮਾਗ 'ਚ ਆਈਡੀਆ ਆਇਆ ਕਿ ਕਿਉਂ ਨਾ ਅਸੀਂ ਵੈਡਿੰਗ ਸੀਜ਼ਨਸ ਦੇ ਉੱਤੇ ਵੀ ਕੋਈ ਪ੍ਰੋਗਰਾਮ ਕਰੀਏ, ਕਿਉਂਕਿ ਇਹ ਮਜ਼ੀਦ ਇੱਕ ਐਸਾ ਪ੍ਰੋਗਰਾਮ ਹੈ ਕਿ ਜਿਹਦੇ ਉੱਤੇ ਜ਼ਿਆਦਾ ਗੱਲਬਾਤ ਨਹੀਂ ਕੀਤੀ ਜਾਂਦੀ। ਇਹਨੂੰ ਬੜਾ ਲਾਈਟਲੀ ਲੈਂਦੇ ਆ, ਲੇਕਿਨ ਹਰ ਵਿਆਹ ਸ਼ਾਦੀ ਲੇਡੀ ਸੰਗੀਤ ਤੋਂ ਬਿਨਾਂ ਅਧੂਰੀ ਹੈ। ਮੈਂ ਤਾਂ ਕਹਿੰਦੀ ਇੰਪੋਸੀਬਲ ਹੈ। ਅਤੇ ਉਹਦੇ ਵਿੱਚ ਜੋ ਨਾਨਕਾ ਛੱਕ ਜਾਂ ਦਾਦਕਾ ਛੱਕ ਵੱਲੋਂ ਜਿਹੜੀ ਬੋਲੀਆਂ ਜਾਂਦੀਆਂ ਨੇ, ਗੀਤ ਗਾਏ ਜਾਂਦੇ ਨੇ, ਭਾਵੇਂ ਉਹ ਕੁੜੀ ਵਾਲੇ ਵੱਲੋਂ ਹੋਣ, ਮੁੰਡੇ ਵੱਲੋਂ ਹੋਣ, ਮਹਿੰਦੀ ਦੇ ਗਾਣੇ ਹੋਣ, ਵਟਨੇ ਦੇ ਗਾਣੇ ਹੋਣ, ਜਸਟ ਨੇਮ ਇਟ। ਸੋ ਸਾਡੀ ਤਰਫੋਂ ਇੱਕ ਨਵਾਂ ਕੁਛ ਕਰਨ ਦੀ ਕੋਸ਼ਿਸ਼ ਅਗੇਨ, ਕਿਉਂਕਿ ਕੋਸ਼ਿਸ਼ ਇਹ ਹੈ ਕਿ ਹਰ ਰੰਗ ਲੈ ਕੇ ਆਈਏ ਮਿਊਜ਼ਿਕ ਦਾ, ਅਤੇ ਉਹ ਵੀ ਸਾਡੀ ਜ਼ਿੰਦਗੀ ਦਾ ਬਹੁਤ ਅਹਿਮ ਹਿੱਸਾ ਹੈ। ਜੇ ਤੁਸੀਂ ਸ਼ਾਦੀशुदा ਹੋ ਤਾਂ ਤੁਸੀਂ ਉਹ ਐਕਸਪੀਰੀਅੰਸ ਕਰ ਚੁੱਕੇ ਹੋ, ਉਹ ਸਾਰੇ ਗੀਤ। ਜੇ ਨਹੀਂ ਹੋ ਤੇ ਕਰ ਲੋਗੇ, ਜੇ ਨਹੀਂ ਕੀਤੇ ਤੇ ਬਸ ਫਿਰ ਆਉਣ ਵਾਲੀ ਹੈ। ਅਤੇ ਉਹਨਾਂ ਤੋਂ ਬੈਸਟ ਫਨਕਾਰ ਕੌਣ ਹੋਏਗਾ, ਔਰ ਉਹਨਾਂ ਨੂੰ ਮੈਂ ਸਕਰੀਨ 'ਤੇ ਜਿਹੜਾ ਉਹਨਾਂ ਦੀ ਫੋਟੋ ਸ਼ੇਅਰ ਕਰਦੇ ਹਾਂ ਤਾਂ ਕਿ ਤੁਸੀਂ ਸਕਰੀਨਸ਼ਾਟ ਲੈ ਸਕੋ ਕਿ ਨੈਕਸਟ ਸਾਡੇ ਨਾਲ ਕੌਣ ਜੁੜ ਰਹੇ ਨੇ। ਨਾਮ ਹੈ ਜੀ ਨੀਲਮ ਸ਼ਰਮਾ ਜੀ। ਅਤੇ ਨੀਲਮ ਸ਼ਰਮਾ ਜੀ ਵੈਸੇ ਤਾਂ ਚੰਡੀਗੜ੍ਹ ਤੋਂ ਨੇ। ਲੁੱਕ ਐਟ ਹਰ, ਵਾਟ ਅ ਬਿਊਟੀਫੁਲ ਸ਼ੀ ਇਜ਼। ਅਤੇ ਫਰਵਰੀ 21 ਨੂੰ ਆ ਰਹੇ ਨੇ ਜੀ 11 AM US ਈਸਟਰਨ ਟਾਈਮ। ਮਿਸਟਰ ਗਿੱਲ 9 PM ਪਾਕਿਸਤਾਨ, 9:30 ਇੰਡੀਆ ਟਾਈਮ। ਇਹ ਤੁਸੀਂ ਪਿੱਛੇ ਘੋੜਾ, ਦੂल्हा, ਦੁਲਹਨ, ਬਰਾਤੀ ਸਭ ਸਰਬਾਲੇ ਸਭ ਦੇਖ ਰਹੇ ਹੋ, ਅਤੇ ਇਹ ਬਹੁਤ ਹੀ ਵੱਡਾ ਨਾਮ ਹੈ ਫੋਕ ਸਿੰਗਿੰਗ ਇੰਡਸਟਰੀ 'ਚ। ਕਿਹੜਾ ਐਸਾ ਆਰਟਿਸਟ ਨਹੀਂ, ਕਿਹੜਾ ਐਸਾ ਘਰਾਨਾ ਨਹੀਂ ਐਕਚੁਅਲੀ ਇਹਨਾਂ ਦੀ ਖਾਸੀਅਤ ਦੱਸਾਂ, ਇਹਨਾਂ ਨੇ 17 to 18 ਬਾਲੀਵੁੱਡ ਫਿਲਮਸ ਦੇ ਵਿੱਚ ਜਿੱਥੇ ਵੀ ਕੋਈ ਵਿਆਹ ਦਾ ਕੋਈ ਗਾਣਾ ਆਇਆ ਅਤੇ ਇਹਨਾਂ ਨੇ ਉਸ ਗਾਣੇ ਨੂੰ ਪਰਫੋਰਮ ਕੀਤਾ ਵਿੱਚ ਗਾ ਕੇ ਵੀ ਔਰ ਉਹਦੇ 'ਤੇ ਐਕਟਿੰਗ ਕਰਕੇ ਵੀ। ਸੋ 17 ਤੋਂ 18 ਇਹ ਬੜੀ ਆਪਣੇ ਆਪ 'ਚ ਬੜੀ ਵੱਡੀ ਗੱਲ ਹੈ ਕਿ ਬਾਲੀਵੁੱਡ ਦੇ ਵਿੱਚ ਇੰਨਾ ਵੱਡਾ ਚਾਂਸ ਮਿਲਣਾ। ਹੁਣ ਹੀ ਲੇਟਲੀ ਉਹਨਾਂ ਦੀ ਇੱਕ ਲੇਟੈਸਟ ਮੂਵੀ ਆ ਰਹੀ ਹੈਗੀ ਹੈ ਕਰਨ ਜੌਹਰ ਦੇ ਨਾਲ, ਜਿਹੜੀ ਕਿ ਹਲੇ ਰਿਲੀਜ਼ ਹੋਣੀ ਹੈ ਫਿਊ ਮੰਥਸ ਦੇ ਵਿੱਚ, ਅਤੇ ਉਹਦੇ ਵਿੱਚ ਵੀ ਤੁਸੀਂ ਇਹਨਾਂ ਨੂੰ ਦੇਖੋਗੇ ਨੀਲਮ ਸ਼ਰਮਾ ਜੀ ਨੂੰ। ਇਹਨਾਂ ਨੇ ਹਰ ਇੱਕ ਵੱਡੇ ਫਨਕਾਰ ਦੇ ਬੇਟੇ ਹੋਏ ਜਾਂ ਜਿਹੜੇ ਸਿੰਗਰਸ ਹੋਣ, ਉਹਨਾਂ ਦੇ ਵਿਆਹਾਂ ਦੇ ਵਿੱਚ ਉੱਥੇ ਵੀ ਜਾ ਕੇ ਇਹਨਾਂ ਨੇ ਚਾਂਦ ਲਗਾਏ ਨੇ, 4 ਚਾਂਦ ਲਗਾਏ ਨੇ। ਬਸ ਹੁਣ ਅਗਲੇ ਸੰਡੇ ਆ ਕੇ ਮਾਈ ਟੀਵੀ ਤੇ 4 ਚਾਂਦ ਲਾ ਮਾਈ ਟੀਵੀ ਤੇ ਆ ਕੇ ਵੀ ਉਹ 4 ਚਾਂਦ ਲਗਾਉਣਗੇ। ਔਰ ਮੈਂ ਚਾਹੁੰਦੀ ਹਾਂ ਕਿ ਵੂਮਨ ਪਾਵਰ ਨੂੰ ਜ਼ਰੂਰ ਸਪੋਰਟ ਕੀਤਾ ਜਾਵੇ। ਔਰ ਜਿਸ ਤਰ੍ਹਾਂ ਮੈਂ ਕਿਹਾ ਕਿ ਫੋਕ ਮਿਊਜ਼ਿਕ ਸਾਡੇ ਹੱਡਾਂ ਦੇ ਵਿੱਚ ਵਸਿਆ ਹੈ, ਸਾਡੇ ਰਗਾਂ ਦੇ ਵਿੱਚ ਵਸਿਆ ਹੈ। ਜੇ ਫੋਕ ਨਹੀਂ ਹੈਗਾ ਤਾਂ ਕੁਛ ਵੀ ਨਹੀਂ ਹੈ, ਫਿਰ ਅਸੀਂ ਪੰਜਾਬੀ ਨਹੀਂ ਹੈਗੇ, ਫਿਰ ਅਸੀਂ ਨਕਲੀ ਫੋਕੇ ਪੰਜਾਬੀ ਹਾਂ। ਸੋ ਫੋਕ ਬਹੁਤ ਇੰਪੋਰਟੈਂਟ ਰੋਲ ਅਦਾ ਕਰਦਾ ਹੈ ਸਾਡੀ ਜ਼ਿੰਦਗੀ ਦੇ ਵਿੱਚ। ਸੋ ਮਿਲਦੇ ਹਾਂ ਫੈਬਰਰੀ 21 ਨੂੰ। ਔਰ ਜਾਂਦੇ ਕਿਆ ਕਰਨਾ ਹੈ ਮਿਸਟਰ ਗਿੱਲ, ਅਗਰ ਤੁਸੀਂ ਸਾਡੇ ਚੈਨਲ 'ਤੇ ਨਵੇਂ ਹੋ ਪਲੀਜ਼ ਸਬਸਕ੍ਰਾਈਬ ਆਰ ਫੇਸਬੁੱਕ ਚੈਨਲ ਐਂਡ ਆਲਸੋ YouTube ਚੈਨਲ। ਔਰ ਬਹੁਤ ਸਾਰੇ ਪਿਆਰ, ਕਾਮੈਂਟਸ ਸ਼ੇਅਰ ਕਰੋ। ਕੁਛ ਨਹੀਂ ਪਸੰਦ ਆ ਰਿਹਾ ਉਹ ਵੀ ਦੱਸੋ, ਕੁਛ ਪਸੰਦ ਆ ਰਿਹਾ ਉਹ ਵੀ ਦੱਸੋ। ਮੈਂ ਇੱਕ ਹੋਰ ਆਰਟਿਸਟ ਨੂੰ ਲੱਭ ਰਹੀ ਹਾਂ, ਮੈਨੂੰ ਸ਼ਹਿਨਾਈ ਆਰਟਿਸਟ ਚਾਹੀਦੇ ਨੇ। ਅਗਰ ਤੁਹਾਡੀ ਨਜ਼ਰ 'ਚ ਕੋਈ ਸ਼ਹਿਨਾਈ ਵਾਦਕ ਹੋਣ, ਜ਼ਰੂਰ ਸਾਨੂੰ ਸੁਜੈਸ਼ਨਸ ਦੇਣਾ ਆਪਣੀਆਂ। ਅਸੀਂ ਚਾਹਾਂਗੇ ਕਿ ਜ਼ਰੂਰ ਸ਼ਹਿਨਾਈ ਵਾਦਕ ਸਾਨੂੰ ਮਿਲਣ ਮਾਈ ਟੀਵੀ 'ਤੇ। ਇੱਕ ਉਹ ਵੀ ਸਾਡੀ ਇੱਕ ਕਹਿ ਲਓ ਖੁਆਇਸ਼ ਪੂਰੀ ਹੋਵੇ। ਸੋ ਜਾते क्या करना है, टाइम है एडवर्टाइजिंग का। अगर ਤੁਸੀਂ ਐਡਵਰਟਾਈਜ਼ ਕਰਨਾ ਚਾਹੁੰਦੇ ਹੋ ਆਪਣਾ ਬਿਜ਼ਨਸ, ਕੰਸੀਡਰ ਮਾਈ ਟੀਵੀ। ਸੋ ਮੋਨੀ ਗਿੱਲ ਵੱਲੋਂ ਸਤਿ ਸ਼੍ਰੀ ਅਕਾਲ, ਰੱਬ ਰੱਖਾ। ਮਿਲਦੇ ਹਾਂ ਫੈਬਰਰੀ 21 ਨੂੰ। ਸਤਿ ਸ਼੍ਰੀ ਅਕਾਲ। Ramji is in the USA. Virginia offers reliable and practical astrology solutions to all of life's problems. Confidentiality promise. Hi, my name is Kuldeep Gill.
I'm broker of Sky Realty. The reason we are so successful because client trust us. I've been doing this my whole life. My team is my wife, my office manager, and my agents. We look forward to earn your business, and we do speak your language. Thank you.